ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇਨ ਹਾਊਸ ਗੈਸਟ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਤੁਹਾਡੇ ਲਈ ਅਸੀਂ ਹਰ ਹਫਤੇ ਸੈਟਰਡੇ ਤੇ ਸੰਡੇ ਈਵਨਿੰਗ ਨੂੰ ਠੀਕ 7 ਵਜੇ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਇਸ ਸਟੂਡੀਓ ਵਿੱਚ, ਸਾਡੇ ਇਸ ਦਫ਼ਤਰ ਦੇ ਵਿੱਚ ਆਏ ਹੋਏ ਮਹਿਮਾਨਾਂ ਨੂੰ ਮਿਲਾਈਏ। ਮਹਿਮਾਨ ਇਹ ਉਹ ਹੁੰਦੇ ਜਿਨ੍ਹਾਂ ਨੇ ਆਪੋ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਸ਼ੋਬੇ ਦੇ ਵਿੱਚ, ਕਿਸੇ ਨਾ ਕਿਸੇ ਖੇਤਰ ਦੇ ਵਿੱਚ ਕੋਈ ਨਾ ਕੋਈ ਖਾਸ ਕੰਮ ਕੀਤਾ ਹੁੰਦਾ ਹੈ, ਜਿਨ੍ਹਾਂ ਦਾ ਕੋਈ ਬੜਾ ਅਹਿਮ ਕੰਟਰੀਬਿਊਸ਼ਨ ਹੁੰਦਾ ਹੈ, ਯੋਗਦਾਨ ਹੁੰਦਾ ਹੈ। ਇਸ ਵੇਲੇ ਕੋਵਿਡ-19 ਦੇ ਚਲਦਿਆਂ ਬਹੁਤ ਸਾਰੇ ਲੋਕ ਮਾਨਸਿਕ ਤਣਾਅ 'ਚੋਂ ਗੁਜ਼ਰ ਰਹੇ ਹੈ, ਕਈ ਤਰ੍ਹਾਂ ਦੀਆਂ ਮੁਸ਼ਕਲਾਂ 'ਚੋਂ ਗੁਜ਼ਰ ਰਹੇ ਹੈ। ਦੀਪਕ ਮਨਚੰਦਾ ਹੋਣੀ ਜਿਹੜੇ ਅੱਜ ਦੇ ਸਾਡੇ ਖਾਸ ਮਹਿਮਾਨ ਨੇ, ਜਿਹਨਾਂ ਨਾਲ ਤੁਹਾਡੀ ਅਸੀਂ ਗੱਲਬਾਤ ਕਰਵਾਉਣ ਜਾ ਰਹੇ ਹਾਂ, ਇਹਨਾਂ ਨੇ ਬੜੇ ਲੰਮੇ ਸਮੇਂ ਤੋਂ ਐਜ਼ ਏ ਮੋਟੀਵੇਸ਼ਨ ਸਪੀਕਰ ਬਹੁਤ ਸਾਰੇ ਲੋਕਾਂ ਨੂੰ ਜੀਵਨ ਦੇ ਵਿੱਚ ਰਾਹ ਦਿਖਾਇਆ ਹੈ। ਕੋਸ਼ਿਸ਼ ਕੀਤੀ ਹੈ ਕਿ ਮੁਸ਼ਕਲਾਂ ਭਰੀਆਂ ਜ਼ਿੰਦਗੀਆਂ ਜੀ ਰਹੇ ਲੋਕ, ਉਹਨਾਂ ਨੂੰ ਗੱਲਾਂ ਦੇ ਵਿੱਚ ਹੀ ਸਪਿਰਿਚੁਅਲਿਜ਼ਮ ਦੇ ਨਾਲ, ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਦਾ ਹੌਸਲਾ ਬੁਲੰਦ ਕੀਤਾ ਜਾਵੇ। ਉਹਨਾਂ ਨੂੰ ਮੁੜ ਤੋਂ ਜੀਵਨ ਦੇ ਵਿੱਚ ਆਪਣੇ ਪੈਰਾਂ 'ਤੇ ਖੜੇ ਹੋਣ ਦੇ ਵਿੱਚ, ਉਹ ਮੁਸ਼ਕਲਾਂ ਜਿਹੜੀਆਂ ਉਹਨੂੰ ਲੱਗਦਾ ਕਿ ਕਦੀ ਸੋਲਵ ਨਹੀਂ ਹੋ ਸਕਦੀਆਂ, ਉਹ ਮੁਸ਼ਕਲਾਂ ਤੋਂ ਕਿਵੇਂ ਬਾਹਰ ਨਿਕਲਣਾ ਹੈ, ਕਿਸ ਤਰ੍ਹਾਂ ਉਹਨਾਂ ਦਾ ਕੌਨਫੀਡੈਂਸ ਅਪ ਰਹੇ, ਇਹਦੇ ਲਈ ਬੜੇ ਸਾਰੇ ਸੈਮੀਨਾਰ ਇਹਨਾਂ ਨੇ ਲਗਾਏ ਹੈ। ਤੋ ਇਹਦੇ ਨਾਲ ਇਹਨਾਂ ਨੇ ਬੜੀਆਂ YouTube 'ਤੇ ਜਾ ਕੇ ਦੇਖੋਗੇ, ਦੀਪਕ ਮਨਚੰਦਾ ਇਹਨਾਂ ਦਾ ਨਾਮ ਤੁਸੀਂ ਜਦੋਂ ਪਾਓਗੇ, ਤੁਹਾਨੂੰ ਇਹਨਾਂ ਦੀਆਂ ਬਹੁਤ ਸਾਰੀਆਂ ਆਡੀਓਜ਼ ਰਿਕਾਰਡਿੰਗ ਮਿਲਣਗੀਆਂ, ਵੀਡੀਓ ਰਿਕਾਰਡਿੰਗ ਮਿਲਣਗੀਆਂ। ਸਪਿਰਿਚੁਅਲਿਜ਼ਮ ਦੇ ਉੱਤੇ ਵੀ ਇਹਨਾਂ ਨੇ ਕਾਫੀ ਕੰਮ ਕੀਤਾ ਹੈ ਔਰ ਲਗਾਤਾਰ ਕਰੀ ਜਾ ਰਹੇ ਹੈ। ਬੇਸਿਕਲੀ ਪ੍ਰੋਫੈਸ਼ਨ ਵਜੋਂ ਇਹ ਇੰਜੀਨੀਅਰ ਨੇ, ਲੇਕਿਨ ਇਹਨਾਂ ਦਾ ਜਿਹੜਾ ਸ਼ੌਕ ਹੈ, ਇਹਨਾਂ ਦਾ ਜਿਹੜਾ ਪੈਸ਼ਨ ਹੈ, ਉਹ ਹੈ ਲੋਕਾਂ ਨੂੰ ਮੁਸ਼ਕਲਾਂ ਦੇ ਸਮੇਂ ਦੇ ਵਿੱਚ, ਜਿਹੜੇ ਲੋਕ ਮਾਨਸਿਕ ਤੌਰ ਦੇ ਉੱਤੇ ਢਹਿ ਢੇਰੀ ਹੋ ਜਾਂਦੇ ਹੈ, ਉਹ ਲੋਕ ਜਿਹੜੇ ਆਪਣੇ ਆਪ ਨੂੰ ਪਰੇਸ਼ਾਨੀਆਂ 'ਚ ਘਿਰਿਆ ਮਹਿਸੂਸ ਕਰਦੇ ਹੈ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੌਨਫੀਡੈਂਟ ਬਣਾਇਆ ਜਾਵੇ, ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਸਮੇਂ ਦੇ ਨਾਲ ਮੁੜ ਤੋਂ ਪੈਰਾਂ 'ਤੇ ਆ ਸਕਣ। ਥੋੜ੍ਹੀ ਜਿਹੀ ਗੱਲ ਸਪਿਰਿਚੁਅਲਿਜ਼ਮ ਦੀ ਵੀ ਕਰਾਂਗੇ ਇਹਨਾਂ ਨਾਲ, ਲੇਕਿਨ ਜ਼ਿਆਦਾ ਕਰਕੇ ਕਿਉਂਕਿ ਕੋਵਿਡ-19 ਦਾ ਸਮਾਂ, ਬਹੁਤ ਲੋਕ ਜੌਬ ਚਲੀ ਜਾਣ ਕਰਕੇ ਇੱਕ ਆਲਾ ਦੁਆਲਾ ਸਾਡਾ ਵਾਤਾਵਰਨ ਕੁਛ ਐਸਾ ਅੱਜ ਕੱਲ੍ਹ ਬਣਿਆ ਹੋਇਆ ਹੈ ਕਿ ਹਰ ਵਿਅਕਤੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਾਨਸਿਕ ਤਣਾਅ 'ਚ ਮਹਿਸੂਸ ਕਰ ਰਿਹਾ ਹੈ। ਉਹਦੇ ਬਾਰੇ ਅਸੀਂ ਗੱਲ ਕਰਨ ਲਈ ਇਹਨਾਂ ਨੂੰ ਅੱਜ ਖਾਸ ਨਿਯੋਤਾ ਦਿੱਤਾ ਹੈ। ਸਾਡੇ ਮਹਿਮਾਨ ਨੇ ਦੀਪਕ ਮਨਚੰਦਾ। ਦੀਪਕ ਜੀ ਸਵਾਗਤ ਕਰਦੇ ਹਾਂ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਔਰ ਮੈਨੂੰ ਪਤਾ ਹੈ ਤੁਸੀਂ ਬੇਸ਼ੱਕ ਇੱਕ ਇੰਜੀਨੀਅਰ ਹੋ, ਸੌਫਟਵੇਅਰ ਇੰਜੀਨੀਅਰ ਹੋ, ਔਰ ਬਹੁਤ ਮੁਲਕਾਂ 'ਚ ਤੁਸੀਂ ਜੌਬ ਕੀਤੀ ਹੈ, ਅਲੱਗ-ਅਲੱਗ ਮੁਲਕਾਂ 'ਚੋਂ ਹੁੰਦੇ ਹੋਏ, ਭਾਰਤ ਤੋਂ ਚੱਲ ਕੇ ਮਿਡਲ ਈਸਟ ਤੋਂ ਹੁੰਦੇ ਹੋਏ ਕੈਨੇਡਾ ਪਹੁੰਚੇ ਹੋ। ਔਰ ਇੱਥੇ ਵੀ ਮੈਂ ਦੇਖ ਰਿਹਾ ਤੁਸੀਂ ਕਮਿਊਨਿਟੀ ਵਿੱਚ ਬੜੇ ਸਾਲਾਂ ਤੋਂ ਜਦੋਂ ਸਮਾਂ ਲੱਗਦਾ, ਸਮਾਂ ਕੱਢ ਕੇ ਵਿੱਚੋਂ ਕੋਈ ਨਾ ਕੋਈ ਸੈਮੀਨਾਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਮੋਹ ਮੰਡੇ ਤੁਸੀਂ ਬੜੀ ਦੇਰ ਕੀਤਾ। ਸੋ ਤੁਹਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਜਿਹੜੇ ਤਣਾਅ ਦੇ ਵਿੱਚੋਂ ਗੁਜ਼ਰਦੇ ਆ, ਉਸ ਕਿਵੇਂ ਉਹਨਾਂ ਨੂੰ ਮਨ ਹਲਕਾ ਕੀਤਾ ਜਾਵੇ। ਪਹਿਲਾਂ ਤੁਸੀਂ ਸ਼ੌਕੀਆ ਤੌਰ ਤੇ ਕਰਦੇ ਸੀ, ਪਰ ਹੁਣ ਮੇਰੇ ਖਿਆਲ ਕੋਵਿਡ-19 ਤੋਂ ਬਾਅਦ ਤੇ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਹੈ। ਬਿਲਕੁਲ ਰਿੰਦਰ ਜੀ, ਇਸ ਤਰ੍ਹਾਂ ਦੀ ਲੋੜ ਸਾਰਿਆਂ ਨੂੰ ਹੀ ਆਈ ਦੀ, ਤੇ ਉਹ ਲੋੜ ਦੀ ਵਜ੍ਹਾ ਨਾਲ ਹੀ ਜਿਸ ਤਰ੍ਹਾਂ ਸਪਲਾਈ ਡਿਮਾਂਡ ਦਾ ਹੈ ਕਿ ਡੈਫੀਨੇਟਲੀ ਅੱਜ ਦੀ ਡੇਟ ਜਿਹੜੇ ਲੋਕੀ ਕੁਐਸਚਨ ਪੁੱਛਦੇ ਨੇ ਜਾਂ ਕਦੀ ਜਿਨ੍ਹਾਂ ਦੇ ਮੈਂ ਰੂਬਰੂ ਹੋਣਾ, ਉਹ ਬੜੀ ਹੱਦ ਤੱਕ ਉਹਨਾਂ ਦੇ ਸਵਾਲ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਉਹ ਕਿਸ ਤਰ੍ਹਾਂ ਖੁਸ਼ ਰਹਿ ਸਕਦੇ ਨੇ ਜਿਸ ਇਹੋ ਜਿਹੇ ਮਾਹੌਲ ਦੇ ਵਿੱਚ। ਜੀ ਬਿਲਕੁਲ। ਇਹਦੇ ਲਈ ਇੱਕ ਖਾਸ ਤਰ੍ਹਾਂ ਦਾ ਦੇਖੋ, ਬੜੇ ਅਲੱਗ-ਅਲੱਗ ਤਰੀਕੇ ਹੈ। ਕਈ ਕਾਉਂਸਲਰਸ ਵੀ ਨੇ, ਕੋਈ ਲੋਕ ਕਹਿੰਦੇ ਕਿ ਯੋਗਾ ਵੀ ਕਰੋ, ਕੋਈ ਕਹਿੰਦੇ ਕਿ ਨਹੀਂ ਤੁਸੀਂ ਭਜਨ ਬੰਦਗੀ ਕਰੋ। ਆਪਣੇ ਮਨ ਨੂੰ ਕਿਸੇ ਖਾਸ ਪਾਸੇ ਲਗਾਉਣ ਦੀ ਕੋਸ਼ਿਸ਼ ਹੈ ਕਿ ਜਿੰਨਾ ਤੁਸੀਂ ਸੋਚਦੇ ਹੋ ਕਿਸੇ ਚੀਜ਼ ਬਾਰੇ, ਉਨਾ ਜ਼ਿਆਦਾ ਤੁਸੀਂ ਪਰੇਸ਼ਾਨ ਹੁੰਦੇ ਹੋ। ਤਾਂ ਕੀ ਤੁਹਾਡੇ ਵੱਲੋਂ ਕੀ ਸਿੱਖਿਆ ਹੈ ਇਹਨਾਂ ਲੋਕਾਂ ਨੂੰ, ਕੀ ਤੁਹਾਡੇ ਵੱਲੋਂ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਜਦੋਂ ਵੀ ਕੋਈ ਬੰਦਾ ਇਹਨਾਂ ਦਿਨਾਂ 'ਚ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕਰੇ ਮੁਸ਼ਕਲਾਂ ਦੇ ਵਿੱਚ, ਕਿਸ ਚੀਜ਼ ਨੂੰ ਫੋਲੋ ਕਰੇ? ਓਕੇ ਰਿੰਦਰ ਜੀ, ਮੈਂ ਅਗਰ ਬੜੇ ਆਸਾਨ ਲਫ਼ਜ਼ਾਂ 'ਚ ਸਮਝਾਉਣਾ ਹੋਏ ਤਾਂ ਮੈਂ ਕਹਾਂਗਾ ਕਿ 5 ਚੀਜ਼ਾਂ ਬੜੀਆਂ ਜ਼ਰੂਰੀ ਨੇ ਸਾਡੇ ਸਟ੍ਰੈਸ ਲੈਵਲ ਨੂੰ ਕੰਟਰੋਲ ਜਾਂ ਮੈਨੇਜ ਕਰਨ ਵਾਸਤੇ। ਪਹਿਲੀ ਗੱਲ ਤਾਂ ਇਹ ਹੈ ਕਿ ਸਟ੍ਰੈਸ ਸਾਡੀ ਇੰਟੀਗਰਲ ਪਾਰਟ ਹੈ ਸਾਡੀ ਜ਼ਿੰਦਗੀ ਦਾ। ਅਗਰ ਸਾਡੀ ਜ਼ਿੰਦਗੀ ਸਟ੍ਰੈਸ ਨਹੀਂ ਹੋਏਗਾ ਤਾਂ ਅਸੀਂ ਕਦੀ ਪ੍ਰੋਗਰੈਸਿਵਲੀ ਗਰੋ ਹੀ ਨਹੀਂ ਕਰ ਸਕਦੇ, ਅਸੀਂ ਅਗਲੇ ਸਟੈਪ 'ਤੇ ਪੁੱਜ ਹੀ ਨਹੀਂ ਸਕਦੇ ਜਦ ਤੱਕ ਕਿ ਅਸੀਂ ਉਹ ਤਕਲੀਫ ਨਾ ਲਈਏ ਉਸ ਰਾਹ ਦੀ ਉੱਥੇ ਤੱਕ ਪੁੱਜਣ ਦੀ। ਠੀਕ ਹੈ। 5 ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਣ ਵਾਲਾ, ਤੁਸੀਂ ਅਗਰ ਦੇਖੋਗੇ ਕਿ ਹਰ ਇੱਕ ਬੰਦਾ ਜਿਹਨੂੰ ਥੋੜ੍ਹੀ ਜਿਹੀ ਵੀ ਵਿਜ਼ਡਮ ਹੈ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਬਿਹਤਰ ਰੱਖਣਾ, ਉਹ ਇਹਨਾਂ 5 ਚੀਜ਼ਾਂ ਦੇ ਵਿੱਚ ਕੋਈ ਨਾ ਕੋਈ ਇੱਕ ਚੀਜ਼ ਜ਼ਰੂਰ ਯੂਜ਼ ਕਰਦਾ। ਪਹਿਲੀ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਇਨਸਾਨ ਨੂੰ ਥੋੜ੍ਹੀ ਜਿਹੀ ਮੈਡੀਟੇਸ਼ਨ ਦੇ ਬਾਰੇ ਧਿਆਨ ਹੋਣਾ ਚਾਹੀਦਾ ਹੈ। ਠੀਕ ਹੈ। ਅਤੇ ਤੁਸੀਂ ਅਗਰ ਦੇਖੋ ਕਿ ਕਾਫੀ ਸਾਰੇ ਬੰਦੇ ਜਿਹੜੇ ਪ੍ਰੋਗਰਾਮ ਦੇਖੇ ਕਰਦੇ ਹੋਣਗੇ, ਮੇਰੇ ਨਾਲ ਇਤਫਾਕ ਰੱਖਣਗੇ ਕਿ ਅਗਰ ਮੈਂ ਕਹਾਂਗਾ ਕਿ ਮੈਡੀਟੇਸ਼ਨ ਨਾਲ ਤੁਹਾਡੇ ਸਟ੍ਰੈਸ ਨੂੰ ਥੋੜ੍ਹਾ ਜਿਹਾ ਤੁਸੀਂ ਮੈਨੇਜ ਕਰ ਸਕਦੇ ਹੋ, ਸੋ ਦੇ ਵਿਲ ਸੇ ਯੈਸ ਵੀ ਕਮ ਇਨ ਦਿਸ ਕੈਟਾਗਰੀ ਆਲਸੋ। ਦੂਸਰੇ ਨੇ ਜਿਹੜੇ ਇਮੋਸ਼ਨਲੀ ਇੰਟੈਲੀਜੈਂਟ ਹੁੰਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਕਿਸ ਵੇਲੇ ਅਸੀਂ ਕਿਸੇ ਚੀਜ਼ ਨੂੰ ਦਰਗੁਜ਼ਰ ਕਰਨਾ, ਕਿ ਉਹਨੂੰ ਲੈਣਾ ਹੀ ਨਹੀਂ ਕਿ ਉਹਨਾਂ ਕਿ ਉਹ ਸਾਨੂੰ ਸਟ੍ਰੈਸ ਕਰੇ,
ਤੇ ਕਿਸ ਲਈ ਉਹਦੇ ਨਾਲ ਉਹ ਹੱਥਾਂ ਮੁੱਕੀ ਹੋ ਜਾਣਾ ਤਾਂ ਕਿ ਉਹਨੂੰ ਅਸੀਂ ਢਾਹ ਸਕੀਏ ਤੇ ਅੱਗੇ ਵੱਧ ਸਕੀਏ। ਠੀਕ ਹੈ। ਇਹਨੂੰ ਇਸ ਜਿਹੜੀ ਕੈਪੇਬਿਲਿਟੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਇਮੋਸ਼ਨਲ ਇੰਟੈਲੀਜੈਂਸ। ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਦੂਸਰੀਆਂ ਜਿਹੜੀਆਂ ਇੰਟੈਲੀਜੈਂਟ ਜਾਂ ਵਿਜ਼ਡਮ ਸਾਡੇ ਕੋਲ ਅਵੇਲੇਬਲ ਨੇ ਆਪਣੇ ਆਪ ਨੂੰ ਮੈਨੇਜ ਜਾਂ ਕੰਟਰੋਲ ਕਰਨ ਵਾਸਤੇ। ਤੇ ਹੁਣ ਤੁਸੀਂ ਦੇਖੋਗੇ ਇਹ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਹੈ ਬੇਸਿਕਲੀ ਗੱਲਾਂ 'ਚੋਂ ਆਉਂਦੀ ਹੈ। ਠੀਕ ਹੈ। ਤੁਸੀਂ ਕੋਈ ਗੱਲ ਆਖੀ ਮੈਨੂੰ ਉਹ ਇਮੋਸ਼ਨਲੀ ਚੰਗੀ ਲੱਗ ਗਈ, ਮੈਂ ਆਪਣਾ ਸੋਲੂਸ਼ਨ ਕੱਢ ਲਿਆ। ਲੋਕੀ ਕੀਰਤਨ ਸੁਣੇ ਕਰਦੇ ਹੁੰਦੇ ਨੇ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕੋਈ ਲੋਕੀ ਕੀਰਤਨ ਪ੍ਰਵਚਨ ਸ਼ੁਰੂ, ਉਹ ਬੇਸਿਕਲੀ ਜਿਹੜੀ ਕੈਟਾਗਰੀ ਹੈ ਜਿਹੜੀ ਉਹ ਪ੍ਰਵਚਨ ਵਾਲੀ ਜਾਂ ਜਿਹੜੀ ਉਹ ਗੱਲਾਂ ਵਾਲੀ ਉਹ ਇਮੋਸ਼ਨਲ ਇੰਟੈਲੀਜੈਂਸ ਦੇ ਅੰਡਰ ਆ ਜਾਂਦੀ ਹੈ। ਤੇ ਮਤਲਬ ਉਹ ਵੀ ਇੱਕ ਤਰੀਕਾ ਹੈ ਜਿਹਦੇ ਨਾਲ ਤੁਸੀਂ ਆਪਣਾ ਸਟ੍ਰੈਸ ਮੈਨੇਜ ਕਰ ਸਕਦੇ ਹੋ। ਰਜਿੰਦਰ ਜੀ, ਤੀਸਰੀ ਜਿਹੜੀ ਚੀਜ਼ ਬੜੀ ਆਸਾਨ ਜਿਹੀ ਚੀਜ਼ ਹੈ, ਸਾਨੂੰ ਇਹ ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਸਰੀਰ ਹੈ ਉਹ 70% ਜਿਹੜਾ ਸਰੀਰ ਹੈ ਉਹ ਪਾਣੀ ਨਾਲ ਬਣਿਆ ਹੈ। ਬਿਲਕੁਲ ਠੀਕ। ਇਸ ਦਾ ਮਤਲਬ ਅਸੀਂ ਪੌਂਡ ਵਰਗੇ ਹਾਂ, ਇਹ ਰਿਜ਼ਰਵਾਇਰ ਹੈ, ਜਿਸ ਤਰ੍ਹਾਂ ਸਾਡੇ ਅੱਗੇ ਪਿੱਛੇ ਪਾਣੀ ਹੈ। ਕੈਨੇਡਾ ਦੇ 'ਚ ਇਹ ਵੀ ਕਹਿਣ ਦੀ ਜ਼ਰੂਰਤ ਨਹੀਂ ਕਿ ਪੌਂਡ ਤੁਸੀਂ ਦੇਖਿਆ ਹੋਏਗਾ, ਸਭ ਨੇ ਪੌਂਡ ਦੇਖਿਆ ਹੁੰਦਾ ਹੈ। ਔਰ ਪੌਂਡ ਹਮੇਸ਼ਾ ਇਸ ਕਰਕੇ ਸਾਨੂੰ ਚੰਗਾ ਲੱਗਦਾ ਹੈ ਜਾਂ ਉਹਦੇ ਕੋਲ ਜਾ ਕੇ ਕਿਉਂਕਿ ਉਹ ਕਾਮ ਹੁੰਦਾ ਹੈ। ਅਗਰ ਤੁਸੀਂ ਆਪਣੀ ਬਾਡੀ ਜਿਹੜੀ 70% ਪਾਣੀ ਨਾਲ ਬਣੀ ਦੀ ਅਗਰ ਕਿਸੇ ਤਰ੍ਹਾਂ ਉਹਨੂੰ ਤੁਸੀਂ ਕਾਮ ਕਰ ਲਓ, ਜਿਸ ਲਈ ਤੁਸੀਂ ਡਿਸੀਜਨ ਲੈਣੇ ਨੂੰ ਮੰਨੋ ਕਿ ਮੈਂ ਤੁਹਾਨੂੰ ਇੰਟਰਵਿਊ ਦੇ ਕਰਨਾ, ਹੋ ਸਕਦਾ ਹਰ ਬੰਦਾ ਕਹਿੰਦਾ ਹੋਏਗਾ ਜੀ ਭਾਵੇਂ ਅਸੀਂ ਕਿੰਨੇ ਵੀ ਵੱਡੇ ਕਿਉਂ ਨਾ ਬਣ ਜਾਈਏ, there is always an anxiety, there is always something which you have to go through to reach there. So ਇਹ ਜਿਹੜਾ ਤੀਸਰਾ ਹੈ ਜਿਹੜਾ ਤੁਸੀਂ ਸੀਕ੍ਰੇਟ ਸਮਝੋ ਕਿ ਅਗਰ ਸਾਡਾ ਸਰੀਰ ਪਾਣੀ ਨਾਲ ਬਣੇਦਾ ਹੈ, ਇਹਦੇ 'ਚ ਕੋਈ ਵੀ ਥਾਟ, ਜਿਸ ਤਰ੍ਹਾਂ ਕੋਈ ਵੀ ਭੈੜੀ ਥਾਟ ਹੋਏਗੀ, ਪੱਥਰ ਅਲੱਗ ਕੰਮ ਕਰਦੀ ਹੈ ਜਿਹੜੀ ਤੁਹਾਡੇ ਉਹ ਪੌਂਡ 'ਚ ਪਵੇ ਤੇ ਉਹ ਰਿਪਲ ਫੈਕਟਰ ਬਣ ਜਾਂਦਾ, ਡਿਸਟਰਬ ਕਰਦੀ ਹੈ। ਜਿਸ ਲਈ ਉਹ ਡਿਸਟਰਬ ਹੋਏਗਾ ਤੇ ਉਹ ਤੁਹਾਡਾ ਚੇਤਨ ਮਾਈਂਡ ਹੈ ਹੀ ਨਹੀਂ ਉੱਥੇ ਕਿ ਤੁਸੀਂ ਰਾਈਟ ਡਿਸੀਜਨ ਰੱਖ ਸਕਦੇ। ਅਗਰ ਤੁਸੀਂ ਨੱਠਦੇ ਵੇਖੀ ਕੋਈ ਰੋਟੀ ਨਹੀਂ ਖਾ ਸਕਦੇ ਤੇ ਜਿਸ ਤਰ੍ਹਾਂ ਤੁਹਾਡੀਆਂ ਇਮੋਸ਼ਨਸ ਰੇਸ ਹੋਈ ਦੀਆਂ ਹੋਣਗੀਆਂ, ਤੁਸੀਂ ਡਿਸੀਜਨ ਵੀ ਠੀਕ ਨਹੀਂ ਲੈ ਸਕਦੇ। ਸੋ ਇਹਦੇ ਵਾਸਤੇ ਬੜੇ ਆਸਾਨ ਤਰੀਕੇ ਨੇ। ਲੋਕੀ ਪਾਣੀ ਠੀਕ ਠਾਕ ਪੀਂਦੇ ਨੇ ਤਾਂ ਕਿ ਉਹਨਾਂ ਦਾ ਬੈਲੈਂਸ ਹੋ ਜਾਏ। ਅਗਰ ਪਾਣੀ ਹੈ ਤਾਂ ਪਾਣੀ ਨੂੰ ਅਗਰ ਤੁਸੀਂ ਸ਼ਾਂਤ ਕਰਨਾ ਹੋਏਗਾ ਤੇ ਹੋਰ ਪਾਣੀ ਪਾਓਗੇ ਤੇ ਸ਼ਾਂਤ ਹੋ ਜਾਏਗਾ, ਸਿੱਧੀ ਜਿਹੀ ਗੱਲ ਹੈ। ਤੇ ਉਹ ਜਿਹੜਾ ਆਕਸੀਜਨ ਹੈ ਜਾਂ ਜਿਹੜਾ ਪਾਣੀ ਦਾ ਕੰਟੈਂਟਸ ਨੇ ਜਿਹੜੇ ਸਾਡੀ ਬਾਡੀ ਨੂੰ ਚਾਹੀਦੇ ਨੇ ਉਹਨੂੰ ਕਾਮ ਕਰਨ ਵਾਸਤੇ, ਉਹ ਵਾਹ 'ਚ ਵੀ ਹਨ। ਤੁਸੀਂ ਅੱਛੀ ਸਾਂਸ ਲਓ, ਥੋੜ੍ਹੀ ਸੈਰ ਕਰੋ। ਹੁਣ ਤੁਸੀਂ ਇਹ ਵੀ ਕਹਿ ਸਕਦੇ ਹੋ ਕਈ ਲੋਕੀ ਐਸੇ ਨੇ ਜਿਹੜੇ ਸਟ੍ਰੈਸ ਆਪਣੀ ਫਿਜ਼ੀਕਲ ਐਕਸਰਸਾਈਜ਼ ਨਾਲ, ਵਾਕ ਨਾਲ ਮੈਨੇਜ ਕਰਦੇ ਹੋ। ਇਹ ਬੇਸਿਕਲੀ ਇਹ ਥਰਡ ਕਨਸੈਪਟ ਹੈ ਜਿਹਦੇ ਅੰਡਰ ਆ ਜਾਂਦੇ ਨੇ ਸਾਰੀ ਉਹ ਕੈਟਾਗਰੀਜ਼, ਇੱਕ ਦੇ ਉਹਦੇ ਅੰਡਰ ਆ ਜਾਂਦੀ ਹੈ। ਲੋ ਜੀ, ਸਾਡੀ ਗੱਲਬਾਤ ਹੋ ਰਹੀ ਹੈ ਦੀਪਕ ਮਚੰਦਾ ਹੋਰਾਂ ਦੇ ਨਾਲ। ਇੱਕ ਤੇ ਦੀਪਕ ਚੋਪੜਾ ਨੇ, ਅਮਰੀਕਾ ਦੇ ਵਿੱਚ ਬੜੀ ਵੱਡੀ ਹਸਤੀ ਨੇ। ਜਿਹੜੇ ਸਾਡੇ ਦੀਪਕ ਮਚੰਦਾ ਜੀ ਨੇ, ਇਹ ਵੀ ਉਸੇ ਰਾਹ ਤੇ ਨੇ। ਇਹਨਾਂ ਦੇ ਕੁਝ ਆਪਣੀਆਂ ਫਿਲਾਸਫੀਜ਼ ਨੇ ਔਰ ਇਹਨਾਂ ਨੇ ਬੜੀ ਮਿਹਨਤ ਕਰ ਕਰਕੇ ਇਹ ਡਿਜ਼ਾਈਨ ਕੀਤਾ ਹੈ ਸਾਰਾ ਕੁਝ। ਇਹ ਕੋਈ ਓਵਰਨਾਈਟ ਨਹੀਂ ਹੋ ਰਿਹਾ, ਇਹਨਾਂ ਨੇ ਕਾਫੀ ਸਾਲਾਂ ਤੋਂ ਇਹਨਾਂ ਦੀ ਸਾਧਨਾ ਹੈ। तो ये जड़ा सानू जानकारी दे रहे हैं, तीन चीज़ें सानू दस चुके हैं, लेकिन बाकी दो अगलियां जानकारियां लेने इन्हां कोलों एक ब्रेक तो बाद। तो बाद एक बार फिर आप सब का स्वागत है। अज साडे मेहमान ने द इन हाउस गैस्ट दे विच दीपक मनचंदा तुहानूं दस रहे हैं कि 5 चीज़ों का ख्याल रखो जे जीवन दे विच शांत रहना है, खुश रहना है, आनंदमय जीवन नूं जीना है। कुछ खास बेसिक 5 गल्लां इन्हां दा जरूर ख्याल रखो। 3 गल्लां सानूं दस चुके हैं, अगलियां 2 गल्लां नूं पुछदे हैं जी। दीपक जी प्लीज़ कंटिन्यू। तो जिस तरह मैं तुहानूं कहा कि कोई भी तरीका जिहड़ा असीं अपनी लाइफ नूं अपने आप नूं मैनेज करने वास्ते लैंदे हां, 3 ਤੁਹਾਨੂੰ ਮੈਂ ਦੱਸ ਦਿਨ ਮਾਈਂਡਫੁਲਨੈਸ, ਇਮੋਸ਼ਨਲ ਇੰਟੈਲੀਜੈਂਸ ਤੇ ਤੀਸਰਾ ਆ ਗਿਆ ਤੁਹਾਡੀ ਬਰੀਥਿੰਗ ਕਿ ਤੁਸੀਂ ਬਰੀਥ ਕਰਨਾ ਹੈ, ਆਕਸੀਜਨ ਲੈਣੀ ਹੈ। ਚੌਥਾ ਹੈ ਯੋਗਾ। ਅੱਛਾ ਜਿੰਦਰ ਜੀ, ਕਈ ਲੋਕੀ ਕਨਫਿਊਜ਼ ਨੇ ਕਿ ਸ਼ਾਇਦ ਯੋਗਾ ਮੈਡੀਟੇਸ਼ਨ ਹੈ ਜਾਂ ਯੋਗਾ ਤੇ ਮੈਡੀਟੇਸ਼ਨ ਦਾ ਕੋਈ ਸੰਬੰਧ ਨਹੀਂ ਹੈ। ਇਹ ਜ਼ਰੂਰ ਹੈ ਕਿ ਤੁਸੀਂ ਯੋਗ ਨਾਲ ਵੀ ਮੈਡੀਟੇਸ਼ਨ ਕਰ ਸਕਦੇ ਹੋ ਜੀ, ਔਰ ਮੈਡੀਟੇਸ਼ਨ ਦੇ ਥਰੂ ਵੀ ਯੋਗ ਯੂਨਿਟੀ ਹੋ ਸਕਦੀ ਹੈ। ਬਟ ਸਟਿਲ ਜਿਸਲੇ ਤੁਸੀਂ ਐਜ਼ ਏ ਉਹਨੂੰ ਤੁਸੀਂ ਇਨਸਟਰੂਮੈਂਟ ਲੈਂਦੇ ਹੋ ਆਪਣੀ ਕਿਸੇ ਚੀਜ਼ ਨੂੰ ਹੀਲ ਕਰਨ ਵਾਸਤੇ, ਦੈਨ ਬੋਥ ਦਾ ਪ੍ਰੋਸੈਸਿਸ ਆਰ ਡਿਫਰੈਂਟ। ਠੀਕ ਹੈ। ਜਿਸਲੇ ਰਜਿੰਦਰ ਜੀ ਤੁਹਾਨੂੰ ਕਿਸੇ ਵੀ ਕਿਸਮ ਦਾ ਸਟ੍ਰੈਸ ਹੋਏਗਾ ਨਾ, ਉਹ ਸਿਰਫ ਤੁਹਾਨੂੰ ਬੁਨਿਆਦੀ ਤੌਰ ਤੇ ਮਨ ਕਹਿੰਦੇ ਮੈਂਟਲੀ ਜਾਂ ਇਮੋਸ਼ਨਲ ਸਟ੍ਰੈਸ ਨਹੀਂ ਦਿੰਦਾ, ਉਹ ਤੁਹਾਨੂੰ ਫਿਜ਼ੀਕਲ ਸਟ੍ਰੈਸ ਵੀ ਦਿੰਦਾ। ਯੋਗ ਇਹ ਜਿਹੜਾ ਯੋਗ ਸਪੈਸ਼ਲੀ ਜਿਹੜਾ ਵੈਸਟਰਨ ਵਰਲਡ ਨਾਲ ਜੁੜੇ ਦਾ ਜਾਂ ਜਿਸ ਨੂੰ ਵੈਸਟਰਨ ਵਰਲਡ ਬੜੀ ਅੱਛੀ ਤਰ੍ਹਾਂ ਸਮਝਦਾ ਹੈ, ਜਿਹਨੂੰ ਅਸੀਂ ਕਿਰਿਆ ਯੋਗ ਕਹਿੰਦੇ ਹਾਂ ਕਿ ਆਪਣੇ ਲੱਤਾਂ ਬਾਹਾਂ ਨੂੰ ਲਾ ਕੇ ਜਾਂ ਉਹਨਾਂ ਦੀ ਇੱਕ ਨਵੀਂ ਦੀ ਇੱਕ ਆਸਨਾਂ ਦੇ ਹਿਸਾਬ ਨਾਲ, ਉਹਨੂੰ ਤੁਸੀਂ ਆਸਨ ਕਹਿ ਸਕਦੇ ਹੋ,
ਉਹ ਆਸਨ ਐਕਚੁਅਲੀ ਤੁਹਾਡੀ ਜਿਹੜੇ ਜੁਆਇੰਟਸ ਹੁੰਦੇ ਨੇ, ਜਿਹੜੇ ਸਟ੍ਰੈਸ ਦੀ ਵਜ੍ਹਾ ਨਾਲ ਬਲੌਕ ਹੋ ਜਾਂਦੇ ਨੇ, ਉਹਨੂੰ ਖੋਲ ਦਿੰਦੇ ਨੇ। ਠੀਕ ਹੈ, ਬੇਸਿਕਲੀ ਉਹਨਾਂ ਦਾ ਕੰਮ ਇਹ ਹੁੰਦਾ body ਦੇ ਹੈ। ਵਿੱਚ। ਬਿਲਕੁਲ ਕਾਫੀ ਸਾਰੀਆਂ ਜਿਸਲੇ ਤੁਸੀਂ ਇਹ ਸਟ੍ਰੈਸ ਦੇ ਥਰੂ ਜਾਂਦੇ ਹੋ, ਤੁਹਾਡੇ ਕੈਮੀਕਲ ਇਨਬੈਲੈਂਸ ਵੀ ਤੇ ਹੁੰਦਾ ਹੋਏਗਾ ਨਾ ਅੰਦਰ, ਕਿਉਂਕਿ ਤੁਹਾਡੀ ਬਾਡੀ ਹੈ, ਤੁਸੀਂ ਖਾਣ ਨੂੰ ਵੀ ਸ਼ਾਇਦ ਉਹ ਨਹੀਂ ਖਾਏ ਕਰਦੇ ਹੋ, ਅੰਦਰ ਉਹ ਚੀਜ਼ਾਂ ਬਣੇ ਵੀ ਨਹੀਂ ਕਰਦੀਆਂ ਹੋਣਗੀਆਂ। ਇਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਹੈ। ਯੋਗ ਜਿਹੜਾ ਤੁਹਾਨੂੰ ਹੈਲਪ ਕਰਦਾ ਹੈ ਕਿ ਤੁਹਾਡੀ ਬਾਡੀ ਇਨ ਸਿੰਕ ਆ ਜਾਏ। ਹੁਣ ਮੈਂ ਇਹ ਵਰਡ ਪਹਿਲੇ ਨਹੀਂ ਯੂਜ਼ ਕੀਤਾ ਮਾਈਂਡਫੁਲਨੈਸ ਜਾਂ ਇਮੋਸ਼ਨ, ਮੈਂ ਸਿਰਫ ਇਹਦੇ 'ਚ ਕੀ ਕਰਨਾ ਕਿ ਤੁਸੀਂ ਅਗਰ ਆਪਣੀ ਬਾਡੀ ਕਾਸਮਿਕ ਜਾਂ ਇਸ এনवायरमेंट ਨਾਲ ਸਿਰਫ ਸਿੰਕ ਕਰਨੀ ਹੋਏ, ਉਹ ਜ਼ਰੂਰੀ ਹੈ ਕਿ ਤੁਸੀਂ ਉਹ ਪੋਸਚਰਸ ਲਓ, ਕਿਉਂਕਿ ਉਹਦੇ ਨਾਲ ਤੁਹਾਡੀ એનર્ਜੀ ਦਾ ਫਲੋ ਬਾਡੀ ਦੇ ਵਿੱਚ ਉਹ ਕਾਮਲੀ ਫਲੋ ਕਰਨੀ ਸ਼ੁਰੂ ਕਰ ਦਿੰਦੀ ਹੈ। ਜਿਸ ਲਈ ਕੋਈ ਬ੍ਰੇਕ ਨਹੀਂ ਹੋਏਗੀ, ਕੋਈ ਚੀਜ਼ ਜੰਮੀ ਦੀ ਨਹੀਂ ਹੋਏਗੀ, ਜਿਸ ਲਈ ਤੁਹਾਡੀ એનર્ਜੀ ਨਿਕਲੇ ਕਰਦੀ ਹੈ, ਤਾਂ ਯੂ ਆਰ ਆਲਵੇਜ਼ ਯੂ ਵਿਲ ਫੀਲ ਵੇ ਬੈਟਰ ਐਜ਼ ਯੂ ਆਰ ਫੀਲਿੰਗ ਵੈਨ ਯੂ ਆਰ ਸਟ੍ਰੈਸਡ। ਇਹ ਚੌਥੀ ਚੀਜ਼ ਹੋ ਗਈ। ਤੇ ਰਿੰਦਰ ਜੀ, ਪੰਜਵੀਂ ਚੀਜ਼ ਤੇ ਜਿਹੜੀ ਬੜੀ ਇੰਪੋਰਟੈਂਟ ਚੀਜ਼ ਹੈ, ਉਹ ਹੈ ਸਾਊਂਡ। ਸਾਊਂਡ ਦਾ ਬੜਾ ਮਹੱਤਵ ਹੈ ਸਾਡੀ ਜ਼ਿੰਦਗੀ 'ਚ। ਜਿਹੜੀ ਇਹ ਜ਼ਿੰਦਗੀ ਹੈ, ਜਿਹੜੀ ਇਹ ਦੁਨੀਆ ਅਸੀਂ ਦੇਖਦੇ ਹਾਂ, ਬੇਸਿਕਲੀ ਇਹ ਆਵਾਜ਼ ਦੀ ਦੁਨੀਆ ਹੈ। ਠੀਕ ਹੈ। ਇੱਥੇ ਮੈਂ ਕਿਸੇ ਨੂੰ ਵੀ ਅਗਰ ਕੋਈ ਚੀਜ਼ ਪਹੁੰਚਾਉਣੀ ਹੋਏ, ਕਿਸੇ ਨੇ ਮੇਰੇ ਤੱਕ ਪੁੱਜਣਾ ਹੋਏ, ਥਰੂ ਆਵਾਜ਼ ਪੁੱਜ ਸਕਦਾ ਹੈ। ਕਹਿੰਦੇ ਆ ਕਿ ਸ਼ਾਇਦ ਆਵਾਜ਼ ਤੋਂ ਹੀ ਇਹ ਬਣਿਆ, ਸਾਊਂਡ ਤੋਂ ਸਾਰਾ ਬ੍ਰਹਿਮੰਡ ਬਣਿਆ। ਇਹ ਸਾਊਂਡ ਹੀ ਹੈ, ਇਹ ਸਾਊਂਡ ਦਾ ਵਰਲਡ ਹੈ। ਦੇਖੋ 3 ਵਰਲਡ ਨੇ। ਇਹ ਜਿਹੜਾ ਵਰਲਡ ਹੈ, ਸਾਊਂਡ ਦਾ ਵਰਲਡ ਹੈ। ਫਿਰ ਦੂਆ ਵਰਲਡ ਹੁੰਦਾ ਫਰਿਸ਼ਤਿਆਂ ਦਾ ਵਰਲਡ। ਜਿਸ ਲਈ ਬੰਦਾ ਮਰ ਜਾਂਦਾ, ਕਹਿੰਦੇ ਜੀ ਉਹ ਉੱਡਦਾ ਜਾਂਦਾ ਜਾਂ ਉਹਦੇ ਪੈਰ ਨਹੀਂ ਲੱਗਦੇ ਫਰਸ਼ ਉੱਪਰ। ਫਰਿਸ਼ਤੇ ਦਾ ਮਤਲਬ ਹੈ ਕਿ ਫਰਸ਼ ਤੇ ਉਹਦੇ ਪੈਰ ਨਹੀਂ ਲੱਗਦੇ। ਉਹ ਦੂਸਰਾ ਵਰਲਡ ਹੋ ਗਿਆ, ਉਹਦੇ 'ਚ ਸਾਇਲੈਂਸ ਹੁੰਦੀ ਹੈ, ਉਹਦੇ 'ਚ ਕੋਈ ਸਾਊਂਡ ਨਹੀਂ ਹੁੰਦੀ। ਤੇ ਤੀਸਰਾ ਵਰਲਡ ਅਸੀਂ ਕਹਿੰਦੇ ਹਾਂ ਕਿ ਦੁਨੀਆ ਦਾ, ਉਹ ਭਗਵਾਨ ਦਾ ਵਰਲਡ ਹੈ, ਜਿਹਦੇ ਚਿੱਟੀ ਰੋਸ਼ਨੀ ਹੈ। ਉਹਦੇ 'ਚ ਨਾ ਹੀ ਆਵਾਜ਼ ਹੈ, ਨਾ ਹੀ, ਉਹ ਸਿਰਫ ਰੋਸ਼ਨੀ ਦਾ ਦੁਨੀਆ ਹੈ। ਇਹ ਜਿਹੜੀ ਦੁਨੀਆ ਹੈ, ਇਹਦੇ 'ਚ ਤੁਸੀਂ ਬੂਟੇ ਨਾਲ, ਕਿਸੇ ਜਾਨਵਰ ਨਾਲ, ਨਾ ਸਿਰਫ ਇਨਸਾਨ ਨਾਲ ਬਲਕਿ ਪੱਥਰ ਨਾਲ, ਕਿਸੇ ਆਵਾਜ਼ ਦੇ ਥਰੂ ਕਮਿਊਨੀਕੇਟ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਨਾਲ। ਇਸ ਤਰ੍ਹਾਂ ਦੀ ਕੁਛ ਇੱਕ ਆਵਾਜ਼ਾਂ ਰਜਿੰਦਰ ਜੀ, ਜਿਹੜੀਆਂ ਸਾਡੀ ਪੂਰੀ ਬਾਡੀ ਨੂੰ ਰੈਜ਼ੋਨੇਟ ਕਰਦੀਆਂ ਨੇ ਇੱਕ ਹਾਇਰ ਅਵੇਅਰਨੈਸ ਵਾਸਤੇ। ਮੰਦਿਰ ਦੀ ਘੰਟੀ ਹੋ ਸਕਦੀ ਹੈ, ਮਸਜਿਦ ਦੀ ਅਜ਼ਾਨ ਹੋ ਸਕਦੀ ਹੈ, ਗਿਰਜੇ ਦੀ ਘੰਟੀ ਹੋ ਸਕਦੀ ਹੈ, ਉਹ ਸ਼ਬਦ ਹੋ ਸਕਦੇ ਨੇ, ਮੰਤਰ ਹੋ ਸਕਦੇ ਨੇ, ਉਹ ਕੋਈ ਵੀ ਇੱਕ ਆਵਾਜ਼ ਹੋ ਸਕਦੀ ਹੈ ਜਿਹਦੇ ਨਾਲ ਤੁਹਾਡਾ, ਕਹਿੰਦੇ ਨਾ, ਮੈਂ ਖਿਲ ਗਿਆ ਉਹਦੀ ਆਵਾਜ਼ ਨਾਲ। ਕਿਸੇ ਨੂੰ ਹੋ ਸਕਦਾ ਨਾਇਗਰਾ ਫਾਲ ਦੀ ਆਵਾਜ਼ ਸੁਣਨ ਨਾਲ ਹੀ ਉਹ ਖਿਲ ਜਾਂਦਾ ਹੋਏ, ਕਿਸੇ ਨੂੰ ਹੋ ਸਕਦਾ ਕਿ ਉਹ ਜਿਹੜੀਆਂ ਵਿੰਡ ਚਾਈਮਸ ਹੁੰਦੀਆਂ ਨੇ ਉਹਦੀ ਆਵਾਜ਼ ਨਾਲ ਹੋ ਸਕਦਾ। ਬਟ ਇਸ ਦੁਨੀਆ ਦੇ ਵਿੱਚ ਕੁਛ ਇੱਕ ਐਸੀਆਂ ਆਵਾਜ਼ਾਂ ਜਿਨ੍ਹਾਂ ਨੂੰ ਤੁਸੀਂ ਅਗਰ ਸਿਰਫ ਉਹਨਾਂ ਦੇ ਨਜ਼ਦੀਕ ਜਾਣ ਦੀ ਵੀ ਕੋਸ਼ਿਸ਼ ਕਰੋ, ਤੇ ਉਹ ਤੁਹਾਨੂੰ ਬਹੁਤ ਸਮਤਲ ਕਰ ਦਿੰਦੀਆਂ ਹਨ, ਬਹੁਤ ਪਲੇਨ ਕਰ ਦਿੰਦੀਆਂ ਹਨ, ਬਹੁਤ ਤੁਹਾਨੂੰ ਕਾਮ ਕਰ ਦੇਣਗੀਆਂ। ਔਰ ਇਹ 5 ਚੀਜ਼ਾਂ ਅਗਰ ਤੁਸੀਂ ਆਪਣੀ ਜ਼ਿੰਦਗੀ 'ਚ ਥੋੜ੍ਹੀਆਂ ਮਤਲਬ ਥੋੜ੍ਹੀ ਜਿਹੀ ਮੈਡੀਟੇਸ਼ਨ ਕਰ ਲਓ, ਥੋੜ੍ਹਾ ਜਿਹਾ ਯੋਗਾ ਕਰ ਲਓ, ਥੋੜ੍ਹੇ ਜਿਹੇ ਇਮੋਸ਼ਨਲੀ ਇੰਟੈਲੀਜੈਂਟ ਹੋ ਜਾਓ, ਥੋੜ੍ਹਾ ਜਿਹਾ ਰੋਟੀ ਠੀਕ ਪਾਣੀ ਠੀਕ ਕਰ ਦਿਓ, ਤੇ ਇਹ ਸਭ ਚੀਜ਼ਾਂ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਸਟ੍ਰੈਸ ਦੇਖੋਗੇ ਹੀ ਨਹੀਂ। ਕਿਉਂ? ਅਗਰ ਦੇਖੋਗੇ ਵੀ ਤਾਂ ਤੁਹਾਨੂੰ ਮੈਨੇਜ ਕਰਨਾ ਆਉਂਦਾ ਹੈ। ਔਰ ਅਗਰ ਤੁਸੀਂ ਸਟ੍ਰੈਸ ਕੋਲੋਂ ਡਰ ਕੇ ਰਹੋਗੇ ਤਾਂ ਤੁਹਾਡੀ ਜ਼ਿੰਦਗੀ 'ਚ ਗਰੋਥ ਕਿਤੇ ਨਹੀਂ ਹੈ। ਜਿੱਥੇ ਅੱਜ ਹੋ 50 ਸਾਲ ਦੇ ਬਾਅਦ ਵੀ ਤੁਸੀਂ ਦੇਖਿਆ ਹੋਏਗਾ, ਕਈ ਲੋਕੀ, ਅਸੀਂ ਕਈ ਵਾਰੀ ਘਰ ਵਾਪਸ ਜਾਂਦੇ ਹਾਂ, ਗਲੀ ਮੁਹੱਲੇ ਦੇ ਵਿੱਚ ਕਈ ਲੋਕੀ ਹੁੰਦੇ ਨੇ ਜਿਹੜੇ ਉੱਥੇ ਦੇ ਉੱਥੇ ਹੀ ਖੜੇ ਨੇ ਪਿਛਲੇ 20 ਸਾਲਾਂ ਤੋਂ, 30 ਸਾਲਾਂ ਤੋਂ, 40 ਸਾਲਾਂ ਤੋਂ। ਕਿਉਂ? ਕਿਉਂਕਿ ਉਹਨਾਂ ਦੇ 'ਚ ਉਹ ਲਲਕ ਹੀ ਨਹੀਂ ਹੁੰਦੀ ਹੈ ਕਿ ਉਹ ਆਪਣੀ ਜ਼ਿੰਦਗੀ 'ਚ ਕੰਟੈਂਟ ਹੁੰਦੇ ਨੇ, ਖੁਸ਼ ਹੁੰਦੇ ਨੇ। ਔਰ ਇਹ ਬੁਰਾ ਨਹੀਂ ਹੈ, ਬੁਰਾ ਇਹ ਵੀ ਨਹੀਂ ਹੈ, ਕਿਉਂਕਿ ਉਹ ਵੀ ਜੀਣ ਦਾ ਇੱਕ ਤਰੀਕਾ ਹੈ। ਪਰ ਇਹ ਹੈ ਕਿ ਜਿਸ ਤਰੀਕੇ 'ਚ ਅਸੀਂ ਹਾਂ, ਅਸੀਂ ਸਮਾਜ ਦੇ 'ਚ ਇੱਕ ਐਸੀ ਜੋਗ੍ਰਾਫਿਕਲ ਬਾਉਂਡਰੀਜ਼ ਚੂਜ਼ ਕੀਤੀਆਂ ਜਿਹਦੇ 'ਚ ਸਿਰਫ ਮਿਹਨਤ ਦਾ ਕੰਮ ਹੈ। ਅਸੀਂ ਆਨੇ ਇੱਥੇ ਪੈਸੇ ਕਮਾਉਣ ਵਾਸਤੇ ਹਾਂ, ਕੋਈ ਸਪਿਰਿਚੁਅਲ ਹੋਣ ਵਾਸਤੇ ਨਹੀਂ ਆਉਂਦੇ। ਕੋਈ ਵੀ ਕੈਨੇਡਾ ਇੱਥੇ ਆ ਕੇ ਕੋਈ ਕੋਈ ਭਜਨ ਦੀਆਂ ਕਰਨ ਵਾਸਤੇ ਨਹੀਂ ਆਇਆ ਕਰਦਾ। ਹੀ ਜਸਟ ਕਮਿੰਗ ਟੂ ਮੇਕ ਹਿਸ ਲਾਈਫ ਕੰਫਰਟੇਬਲ। ਉਹ ਆਪਣੇ ਘਰ ਖੁਆਰ ਹੋਇਆ ਪਿਆ, ਕੋਈ ਸਦਾ ਪੈਸੇ ਨਾ ਹੋਣ, ਇਸ ਕਰਕੇ ਵਿਚਾਰੇ ਨੇ ਉਹ ਜਗ੍ਹਾ ਛੱਡੀ ਹੋਏ। ਅਗਰ ਇੱਥੇ ਬੰਦਾ ਆ ਕੇ ਜਿਹੜਾ ਇੱਕੋ ਹੀ ਕੰਮ ਆਇਆ, ਜਿਹੜਾ ਦੂਜੇ ਕੰਮ ਆਇਆ ਹੀ ਕੋਈ ਨਹੀਂ, ਅਗਰ ਉਹ ਵੀ ਸਟ੍ਰੈਸ ਰਹੇ ਤੇ ਉਹਨੇ ਕਿਸ ਤਰ੍ਹਾਂ ਕੰਮ ਕਰਨਾ। ਲੋ ਜੀ, ਦੀਪਕ ਮਚੰਦਾ ਹੋਰਾਂ ਨਾਲ ਸਾਡੀ ਗੱਲਬਾਤ ਹੋ ਰਹੀ ਹੈ। ਇਹਨਾਂ ਸਮਿਆਂ ਦੇ ਵਿੱਚ ਜਿਹੜੇ ਲੋਕ ਮੁਸ਼ਕਲਾਂ 'ਚੋਂ ਗੁਜ਼ਰ ਰਹੇ ਹੈ, ਉਹਨਾਂ ਨੂੰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਕਿ ਉਹ ਇਕੱਲੇ ਨਹੀਂ ਗੁਜ਼ਰ ਰਹੇ। ਉਹਨਾਂ ਵਰਗੇ ਹਜ਼ਾਰਾਂ, ਲੱਖਾਂ, ਕਰੋੜਾਂ ਲੋਕ ਹੋਰ ਨੇ ਜਿਹੜੇ ਉਹ ਵੀ ਇਸ ਤਰ੍ਹਾਂ ਹੀ ਸੋਚ ਰਹੇ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ। ਪਰ ਬਜਾਏ ਕਿਸੇ ਜਾਦੂ ਟੋਣੇ, ਜੰਤਰ ਮੰਤਰ ਦੇ, ਇਹਨਾਂ ਬਾਬਿਆਂ ਦੇ ਚੱਕਰ 'ਚ ਪੈਣ ਤੋਂ, ਕਿਸੇ ਐਸੇ ਗਲਤ ਲੋਕਾਂ ਦੇ ਪਿੱਛੇ ਲੱਗ ਜਾਣ ਤੋਂ, ਜਿਹੜੇ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਹੋਇਆਂ, ਤੁਹਾਡੇ ਵੀਕ ਮਾਈਂਡ ਦਾ ਫਾਇਦਾ ਉਠਾਉਂਦਿਆਂ ਹੋਇਆਂ ਤੁਹਾਨੂੰ ਐਕਸਪਲੋਇਟ ਕਰਨ, ਅਬਿਊਜ਼ ਕਰਨ, ਉਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ। ਇਹ ਜੋ ਕੁਝ ਦੱਸ ਰਹੇ ਆ ਬੜਾ ਸਰਲ ਤਰੀਕਾ ਹੈ। ਨਾ ਤੇ ਤੁਹਾਨੂੰ ਕਿਸੇ ਧਰਮ ਦੇ ਨਾਲ ਜੁੜਨ ਦੀ ਲੋੜ ਹੈ, ਨਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੁੜਨ ਦੀ ਲੋੜ ਹੈ। ਜਿਹੜੀਆਂ ਇਹ ਕਾਸਮਿਕ ਗੱਲਾਂ ਹੈ, ਜੋ ਕੁਝ ਸੰਸਾਰ ਦੇ ਵਿੱਚ ਵਾਪਰ ਰਿਹਾ ਸਦੀਆਂ ਤੋਂ, ਜੋ ਸਾਡੇ ਸਾਹਮਣੇ ਪ੍ਰਤੱਖ ਹੈ, ਉਹਨਾਂ ਗੱਲਾਂ ਨੂੰ ਤੁਹਾਨੂੰ ਬੜੇ ਆਸਾਨ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈ ਦੀਪਕ ਹੋਰੀ। ਔਰ ਦੇਖੋ ਜੀ, ਕੋਈ ਇੱਕ ਸਧਾਰਨ ਬੰਦਾ ਗੱਲਾਂ ਤਾਂ ਤੁਸੀਂ ਦੱਸੀਆਂ, ਪਰ ਪ੍ਰੈਕਟੀਕਲੀ ਇਹਨੂੰ ਸ਼ੁਰੂ ਕਰਨਾ ਚਾਹੇ, ਕਿੱਥੋਂ ਸ਼ੁਰੂ ਕਰੇ? ਜਿੰਦਰ ਜੀ, ਕਿਸੇ ਵੀ ਚੀਜ਼ ਨੂੰ ਸਮਝਣ ਤੋਂ ਪਹਿਲੇ ਆਪਣੀ ਪਛਾਣ ਬੜੀ ਜ਼ਰੂਰੀ ਹੈ।
ਜਿਸ ਵੇਲੇ ਤੁਹਾਡਾ ਮਨ ਕਰੇ ਕਿ ਮੈਂ ਜ਼ਿੰਦਗੀ 'ਚ ਕੁਝ ਵੀ ਕਰਨਾ ਹੈ, ਪਹਿਲੇ ਆਪਣੇ ਆਪ ਨੂੰ ਸਮਝ ਲਓ। ਔਰ ਉਹ ਦਿਨ ਆਏਗਾ ਜਿਸ ਦਿਨ ਇਸ ਤਰ੍ਹਾਂ ਹੀ ਸੋਫੇ ਤੇ ਬਹਿ ਜਾਈਓ, ਅੱਖਾਂ ਮੀਟ ਕੇ ਤੇ 5-10 ਮਿੰਟ ਆਪਣੇ ਅੰਦਰ ਇੱਕ ਵਾਰੀ ਝਾਂਕ ਕੇ ਦੇਖ ਲਈਓ ਕਿ ਅਸੀਂ ਕਿਸ ਕਾਬਿਲ ਹਾਂ, ਅਸੀਂ ਕਿਸ ਵਾਸਤੇ ਹਾਂ ਇੱਥੇ, ਇਹਦਾ ਮਤਲਬ ਕੀ ਹੈ, ਇਹ ਜਿਹੜੀ ਅੱਗੇ ਪਿੱਛੇ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰੇ ਕਰਦੇ ਨੇ, ਤੇ ਜਿਹੜੀਆਂ ਅਸੀਂ ਅੱਗੇ ਪਿੱਛੇ ਚੀਜ਼ਾਂ ਦੇਖ ਕਰਦੀਆਂ ਉਹਨਾਂ ਨੂੰ ਸਾਨੂੰ ਕਿੰਨੀਆਂ ਡਾਈਵਰਟ ਕਰੇ ਕਰਦੀਆਂ ਨੇ। ਜਿਸ ਲਈ ਗੱਲ ਸਮਝ ਆ ਜਾਏਗੀ ਬੁਨਿਆਦੀ ਤੌਰ ਤੇ, ਆਪਣੀ ਕ੍ਰੀਏਸ਼ਨ ਸਮਝ ਆ ਜਾਏਗੀ ਤੇ ਕ੍ਰੀਏਟਰ ਵੀ ਸਮਝ ਆ ਜਾਏਗਾ। ਇਸ ਦੀ ਪੂਰੀ ਬੁਨਿਆਦੀ ਇਹ ਕਿਉਂ ਬਣੀ ਦੀਆਂ ਚੀਜ਼ਾਂ, ਉਹਦਾ ਰੀਜ਼ਨ ਵੀ ਆਪਣੇ ਆਪ ਸਮਝ ਆ ਜਾਏਗਾ। ਰਜਿੰਦਰ ਜੀ, ਪ੍ਰਮਾਤਮਾ ਇੰਨਾ ਇੰਟੈਲੀਜੈਂਟ ਹੈ, ਜਾਂ ਇਹ ਇੰਨੀ ਇੰਟੈਲੀਜੈਂਟ ਦੁਨੀਆ ਹੈ ਕਿ ਅਗਰ ਮੈਂ ਇਹਦੇ 'ਚ ਇਕੱਲਾ ਬੰਦਾ ਵੀ ਹੋਵਾਂ ਪੂਰੀ ਦੁਨੀਆ ਦੇ 'ਚ, ਤੇ ਅਗਰ ਤੁਸੀਂ ਕਹੋ ਕਿ ਮੈਨੂੰ ਪਰਮਾਤਮਾ ਦਾ ਧਿਆਨ ਨਹੀਂ ਆਏਗਾ, ਤੇ ਉਹ ਬੜੀ ਹੈਰਾਨੀ ਵਾਲੀ ਗੱਲ ਹੋਏਗੀ। ਹੋ ਹੀ ਨਹੀਂ ਸਕਦਾ ਕਿ ਉਹਨੇ ਸਿਸਟਮ ਹੀ ਸਾਡਾ ਐਵੇਂ ਦਾ ਬਣਾਇਆ ਦਾ ਹੈ ਕਿ ਮੈਨੂੰ ਜੰਮਦੇ ਨਹੀਂ ਆਏਗੀ ਤੇ 14 ਸਾਲਾਂ ਦੀ ਉਮਰ 'ਚ ਆ ਜਾਏਗੀ, 14 'ਚ ਨਹੀਂ ਆਏਗੀ ਤੇ 35 'ਚ ਆ ਜਾਏਗੀ, 35 'ਚ ਨਹੀਂ ਆਏਗੀ ਤੇ 60 'ਚ ਆ ਜਾਏਗੀ। ਪਰ ਅਕਲ ਆਣੀ ਜ਼ਰੂਰੀ ਹੈ, ਅਦਰਵਾਈਜ਼ ਇਸ ਦੁਨੀਆ ਦਾ ਮਤਲਬ ਹੀ ਖਤਮ ਹੋ ਜਾਏਗਾ ਅਗਰ ਇਸ ਬੰਦੇ ਨੂੰ, ਇੱਕ ਬੰਦੇ ਨੂੰ ਇਹ ਨਾ ਪਤਾ ਲੱਗੇ ਕਿ ਉਹ ਬਣਿਆ ਹੀ ਕਿਉਂ ਹੈ ਜਾਂ ਉਹਨੂੰ ਬਣਾਉਣ ਵਾਲਾ ਹੀ ਕੌਣ ਹੈ। ਬਿਲਕੁਲ ਠੀਕ ਹੈ ਜੀ। ਔਰ ਹਰ ਧਰਤੀ ਉੱਤੇ ਜਿਹੜਾ ਵੀ ਬਸ਼ਰ ਹੈ, ਹਰ ਜੋ ਵੀ ਸ਼ਖਸ ਇਸ ਧਰਤੀ ਉੱਤੇ ਆਉਂਦਾ ਹੈ, ਉਹਦਾ ਕਨੈਕਸ਼ਨ ਉਸ ਪਰਮਾਤਮਾ, ਉਸ ਸਰਵ ਸ਼ਕਤੀਮਾਨ ਦੇ ਨਾਲ, ਉਹ ਜਿਹੜੀ ਮਹਾ ਐਨਰਜੀ ਹੈ, ਜਿਹੜੀ ਪਰਮ ਆਤਮਾ ਹੈ, ਉਹਦੇ ਨਾਲ ਬਣਿਆ ਹੋਇਆ ਹੈ, ਜੁੜਿਆ ਹੋਇਆ ਹੈ। ਲੇਕਿਨ ਇਸ ਨੂੰ ਸਮਝਣ ਦੀ ਲੋੜ ਹੈ। ਉਹਦੇ ਬਾਰੇ ਅੱਜ ਸਾਡਾ ਬੜਾ ਅੱਛਾ ਇੱਕ ਸਤਸੰਗ ਹੋ ਰਿਹਾ ਹੈ ਇੱਕ ਤਰ੍ਹਾਂ ਨਾਲ ਦੀਪਕ ਮਨਚੰਦਾ ਹੋਰਾਂ ਦੇ ਨਾਲ। ਲੇਕਿਨ ਬ੍ਰੇਕ ਦਾ ਸਮਾਂ ਫਿਰ ਹੋ ਗਿਆ ਔਰ ਇੱਕ ਬ੍ਰੇਕ ਲੈ ਕੇ ਅਸੀਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਲੇਕਿਨ ਜਾਣ ਤੋਂ ਪਹਿਲਾਂ ਬੜੀ ਅਹਿਮ ਇੱਕ ਦੋ ਗੱਲਾਂ ਇਹਨਾਂ ਤੋਂ ਹੋਰ ਪੁੱਛਾਂਗੇ। ਵਾਪਸ ਆਵਾਂਗੇ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੇ ਮਹਿਮਾਨ ਦੀਪਕ ਮਨਚੰਦਾ ਮੋਟੀਵੇਸ਼ਨਲ ਸਪੀਕਰ ਨੇ, ਸਪਿਰਿਚੁਅਲਿਜ਼ਮ ਦੇ ਉੱਤੇ ਬਹੁਤ ਸਾਲਾਂ ਤੋਂ ਬਹੁਤ ਕੰਮ ਕਰ ਰਹੇ ਹੈ ਔਰ ਸਮਾਜ ਦੇ ਵਿੱਚ ਜਿੱਥੇ ਕਿਤੇ ਵੀ ਮੌਕਾ ਲੱਗਦਾ ਹੈ ਇਹ ਵੱਖ-ਵੱਖ ਪਲੇਟਫਾਰਮ ਦੇ ਉੱਤੇ ਜਾ ਕੇ ਬੋਲਦੇ ਵੀ ਨੇ। ਤੁਸੀਂ YouTube ਦੇ ਉੱਤੇ ਇਹਨਾਂ ਨੂੰ ਜ਼ਰੂਰ ਸਰਚ ਕਰਨਾ, ਤੁਹਾਨੂੰ ਪਤਾ ਲੱਗੇਗਾ ਕਿ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਦੇ ਫਾਲੋਅਰਸ ਵੀ ਨੇ, ਜਿਨ੍ਹਾਂ ਨੇ ਇਹਨਾਂ ਦੀਆਂ ਚਾਹੇ ਆਡੀਓ ਕੈਸੇਟਸ ਉੱਥੇ ਪਈਆਂ ਹੋਈਆਂ, ਚਾਹੇ ਇਹਨਾਂ ਦੀਆਂ ਵੀਡੀਓ ਮੈਸੇजेस ਪਏ ਹੋਏ ਹੈ, ਸਾਰਾ ਕੁਝ ਤੁਹਾਨੂੰ YouTube ਤੇ ਵੀ ਇਹਨਾਂ ਬਾਰੇ ਮਿਲੇਗਾ। ਤੇ ਕੋਈ ਜੀ ਸਮਾਪਤੀ ਹੈ ਪ੍ਰੋਗਰਾਮ ਦੀ, ਲੇਕਿਨ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਸ਼ੁਰੂਆਤ ਕਰੇ ਕੋਈ ਵਿਅਕਤੀ ਇਸ ਸਮੇਂ ਦੇ ਵਿੱਚ, ਕਿਉਂਕਿ ਬੜੀਆਂ ਸਾਰੀਆਂ ਆਪਸ਼ਨ ਸਾਹਮਣੇ ਉਹਨਾਂ ਦੇ, ਬੰਦਾ ਕਨਫਿਊਜ਼ ਹੋ ਜਾਂਦਾ ਹੈ, ਹਰ ਚੀਜ਼ ਲੱਗਦਾ ਉਹਨੂੰ ਲੁਭਾਉਂਦੀ ਹੈ, ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਲੇਕਿਨ ਕਲੀਅਰ ਕੱਟ ਰਸਤਾ ਮਿਲਣਾ ਬੜਾ ਔਖਾ ਹੈ। तो ਕਿਹੜਾ ਰਸਤਾ ਹੈ ਜਿਸ ਦੇ ਨਾਲ ਉਹਦੀ ਕਮ ਸੇ ਕਮ ਸ਼ੁਰੂਆਤ ਹੀ ਹੋ ਜਾਵੇ? ਜਿਸ ਤਰ੍ਹਾਂ ਇੱਕ ਸ਼ੀਸ਼ਾ ਹੈ, ਉਹਦੇ ਤੇ ਬੜੇ ਸਾਲਾਂ ਦੀ ਧੂਲ ਮਿੱਟੀ ਪਈ ਹੋਈ ਹੈ, ਅੱਜ ਉਸਨੇ ਸ਼ੁਰੂਆਤ ਕਰਨੀ ਹੈ ਉਸਨੂੰ ਸਾਫ਼ ਕਰਨ ਦੀ। ਓਵਰਨਾਈਟ ਤੇ ਸਫਾਈ ਹੋਣੀ ਨਹੀਂ, ਹੌਲੀ ਹੌਲੀ ਟਾਈਮ ਲੱਗਣਾ, ਲੇਕਿਨ ਕਿੱਥੋਂ ਸ਼ੁਰੂਆਤ ਹੋਵੇ? ਰਿੰਦਰ ਜੀ, ਮਾਈਂਡਫੁਲਨੈਸ ਜੀ। ਪਹਿਲੇ ਫੁੱਲੀ ਅਵੇਅਰ ਹੋ ਜਾਓ ਕਿ ਤੁਸੀਂ ਕੀ ਕਾਬਿਲ ਹੋ ਤੇ ਕੀ ਨਹੀਂ ਹੋ। ਰਿੰਦਰ ਜੀ, ਸਾਡੀ ਜਿਹੜੀ ਬੁੱਧੀ ਹੈ ਉਹ ਸਾਨੂੰ 90% ਜਿਹੜੀਆਂ ਸਾਡੀ ਜ਼ਿੰਦਗੀ ਦੀ ਪ੍ਰੋਬਲਮ ਨੂੰ ਉਹਦੇ ਵਾਸਤੇ ਸક્ષਮ ਹੈ। ਮਤਲਬ ਕਿਸੇ ਵੀ ਆਦਮੀ ਨੂੰ ਜਿਸ ਵੇਲੇ ਵੀ ਉਹ ਜਿੱਥੇ ਵੀ ਰੇ ਕਰਦਾ ਹੈ, ਉਹ ਆਪਣੇ ਹਿਸਾਬ ਨਾਲ, ਭਾਵੇਂ ਉਹ ਪਿੰਡ 'ਚ ਰੇ ਕਰਦਾ ਹੋਏ, ਬੜੇ ਵੱਡੇ ਸ਼ਹਿਰ 'ਚ ਰੇ ਕਰਦਾ ਹੋਏ, ਕੰਪਿਊਟਰ ਪ੍ਰੋਫੈਸ਼ਨਲ ਹੋਵੇ ਜਾਂ ਭਾਵੇਂ ਅਲੜ ਹੋਵੇ, ਪਰ ਉਹਦੇ ਕੋਲ 90% ਵਿਜ਼ਡਮ ਹੈ ਆਪਣੀ ਜ਼ਿੰਦਗੀ ਨੂੰ ਠੀਕ ਤਰ੍ਹਾਂ ਕੱਟਣ ਦੀ। 10% ਜ਼ਿੰਦਗੀ 'ਚ ਪ੍ਰੋਬਲਮ ਐਸੀਆਂ ਹੁੰਦੀਆਂ ਜਿਹੜੀਆਂ ਸਮਝ ਨਹੀਂ ਆਉਂਦੀ, ਬੰਦਾ ਡੋਰ ਪੋਰ ਹੋ ਜਾਂਦਾ। ਗਾਈਡ ਚਾਹੀਦਾ ਤੁਹਾਨੂੰ, ਭਾਵੇਂ ਉਹ ਬੁਰਾ ਐਕਸਪੀਰੀਅੰਸ ਹੋਵੇ, ਕਿਸੇ ਦੀ ਡੈਥ ਹੋਵੇ, ਕੋਈ ਆਪਣੀ ਬਿਮਾਰੀ ਹੋ ਜਾਵੇ, ਨੌਕਰੀ ਛੁੱਟ ਜਾਵੇ, ਇਹ ਸਾਰੀਆਂ ਉਹ ਪ੍ਰੋਬਲਮ ਹਨ। ਈਵਨ ਘਰ ਖਰੀਦਣਾ, ਜਿਹਦੇ ਤੁਹਾਨੂੰ ਐਕਸਟ੍ਰੀਮ ਸਟ੍ਰੈਸ ਹੋ ਜਾਂਦਾ, ਤੁਹਾਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਤਰ੍ਹਾਂ ਬਚਾ ਸਕਦੇ। ਬਿਲਕੁਲ ਚੰਗਾ ਮੈਚ ਚੁਣਨਾ ਹੈ, ਬਿਲਕੁਲ। ਔਰ ਇਹ ਕਿਉਂਕਿ ਇਹ ਪ੍ਰੋਬਲਮਾਂ ਦਾ ਜਿਹੜਾ ਇੰਪੈਕਟ ਹੈ ਉਹ ਸਿਰਫ ਉਸ ਇੰਸਟੈਂਸ ਤੱਕ ਨਹੀਂ ਹੁੰਦਾ, ਬਾਕੀ ਕਈ ਦੇਰ ਤੱਕ ਹੁੰਦਾ। ਇਸ ਕਰਕੇ ਸਮਝਦਾਰੀ ਤੇ ਉਹ ਵਾਲੀ ਚੀਜ਼ਾਂ ਬੜੀਆਂ ਜ਼ਰੂਰੀ ਨੇ, ਬਟ ਫਿਰ ਵੀ ਕਈ ਵਾਰੀ ਧੋਖਾ ਹੋ ਜਾਂਦਾ। ਤੁਸੀਂ ਕਿੰਨਾ ਵੀ ਚੰਗਾ ਜੌਬ 'ਚ ਕਰੋ, ਪਰ ਅਗਰ ਕੋਵਿਡ ਦੀ ਸਿਚੁਏਸ਼ਨ 'ਚ ਅੱਜ ਕਿਸੇ ਨੇ ਜੌਬ ਹੀ ਲੂਜ਼ ਕਰਤੀ ਦੀ ਹੈ ਤਾਂ ਉਹਦੇ 'ਚ ਉਹ ਇਕੋਨਮੀ ਹੈ ਜਿਹੜੀ ਉਹ ਰਿਸਪੌਂਸਿਬਲ ਹੈ, ਨਾ ਕਿ ਉਹਦਾ ਆਪਣਾ ਬਿਹੇਵੀਅਰ। ਸੋ ਮੈਂ ਉਹਨੂੰ ਵੀ ਬਲੇਮ ਨਹੀਂ ਕਰ ਸਕਦਾ। ਮੈਂ ਇਹੋ ਹੀ ਕਹਾਂਗਾ ਕਿ ਬੜਾ ਸਖਤ ਟਾਈਮ ਹੈ। ਜਿਸਲੇ ਮੈਂ ਕਹਿੰਦਾ ਸਖਤ ਟਾਈਮ ਹੈ ਰਜਿੰਦਰ ਜੀ, ਇਹੋ ਜਿਹੀ ਵਿਜ਼ਡਮ ਕਦੀ ਜ਼ਿੰਦਗੀ 'ਚ ਇਨਸਾਨੀਅਤ ਨੇ ਸੋਚੀ ਨਹੀਂ ਹੈ ਹੀ ਕਿ ਹਰ ਇਨਸਾਨ ਨੂੰ ਇਹੋ ਜਿਹੀ ਵਿਜ਼ਡਮ ਮਿਲ ਜਾਏਗੀ ਜਿਹਦੇ 'ਚ ਉਹਨੂੰ ਸਾਰੀ ਦੁਨੀਆ ਦੀ ਨੌਲੇਜ ਹੋਏਗੀ। ਅੱਜ ਕੋਈ ਕਿਤੇ ਵੀ ਡੀਪ ਪਿੰਡ ਦੇ 'ਚ ਵੀ ਬੰਦਾ, ਉਹਦੇ ਕੋਲ ਵੀ ਇੰਟਰਨੈਟ ਹੈ। ਅਗਰ ਮੈਂ ਕੋਈ ਚੀਜ਼ ਬੋਲਣਾ ਜਾਂ ਬਾਈਬਲ ਕੋਈ ਚੀਜ਼ ਬੋਲਦੀ ਹੈ ਜਾਂ ਕੋਈ ਈਵਨ ਦੀਨੀ ਕਿਤਾਬ ਕੋਈ ਬੋਲਦੀ ਹੈ, ਉਹਨੂੰ 4 ਬੰਦੇ ਚੈਲੰਜ ਕਰਨ ਵਾਸਤੇ ਐਸੀ ਜਗ੍ਹਾ 'ਤੇ ਹੋਣਗੇ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਹੋਏਗਾ ਕਿ ਉਹ ਕਦੀ ਉਹ ਚੀਜ਼ ਚੈਲੰਜ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਹਨ।
ਦੁਨੀਆ 'ਚ ਸਾਰੇ ਤਰ੍ਹਾਂ ਦੀ ਇਨਫੋਰਮੇਸ਼ਨ ਮੌਜੂਦ ਹੈ। ਮੈਂ ਫਿਰ ਵੀ ਕਹਾਂਗਾ ਜਿਹੜਾ ਕੋਈ ਬੰਦਾ ਦੁੱਖ ਦੇ 'ਚ ਜਾਇਆ ਕਰਦਾ, ਜਿਹੜੇ ਉਹ 10% ਪ੍ਰੋਬਲਮਾਂ 'ਚ ਕਿਤੇ ਘਿਰ ਗਿਆ ਦਾ, ਉਹ ਪ੍ਰੋਬਲਮ ਦਾ ਅੰਤ ਤੁਹਾਡੇ ਕੋਲ ਆਪਣਾ ਹੀ ਹੈ। ਪਰਮਾਤਮਾ ਨੇ ਬਣਾਇਆ ਦਾ ਹੀ ਸਾਨੂੰ ਆਪਣੇ ਵਰਗਾ ਹੀ ਹੈ ਕਿ ਤੂੰ ਸੋਚ ਕਿ ਤੈਨੂੰ ਕਿਹੋ ਜਿਹੀ ਜ਼ਿੰਦਗੀ ਚਾਹੀਦੀ ਹੈ। ਆਪਣੀਆਂ ਪ੍ਰੋਬਲਮਾਂ ਦਾ ਖੁਦ ਹੱਲ ਹੈ। ਔਰ ਲੇਕਿਨ ਹੱਲ ਤਾਂ ਮਿਲੇਗਾ ਅਗਰ ਤੁਹਾਡਾ ਮਾਈਂਡ ਫੁੱਲੀ ਅਵੇਅਰ ਹੋਏ ਉਸ ਪ੍ਰੋਬਲਮ ਤੇ। ਅਗਰ ਤੁਸੀਂ 4 ਪ੍ਰੋਬਲਮਾਂ ਨਾਲ ਹੋਰ ਸੋਚਣੀਆਂ ਫਿਰ ਨਹੀਂ ਉਹਦਾ ਹੱਲ ਨਿਕਲਣਾ। ਪਰ ਅਗਰ ਤੁਸੀਂ ਧਿਆਨ ਨਾਲ ਇੱਕ ਵਾਰੀ ਠੰਡੇ ਹੋ ਕੇ ਬਹਿ ਜਾ, ਯਾਰ ਮੈਂ 15 ਮਿੰਟ ਕਿਸੇ ਨਾਲ ਮੂੰਹ ਨਹੀਂ ਲਾਣਾ, ਸਿਰਫ ਆਪਣੀ ਇਸ ਪ੍ਰੋਬਲਮ ਦੇ ਟੂਵਰਡਸ ਮੈਂ ਫੋਕਸ ਕਰਨਾ, 15 ਮਿੰਟ ਬਾਅਦ ਉਹਦੀ ਸੋਲੂਸ਼ਨ 4 ਸੋਲੂਸ਼ਨਾਂ ਨਾਲ ਆਉਣਗੀਆਂ। ਜ਼ਿੰਦਗੀ 4 ਸੋਲੂਸ਼ਨਾਂ। ਅਗਰ ਚੈਸ ਦੇ ਉੱਪਰ ਇੱਕ ਰਾਜਾ 8 ਪੈਰ ਮੂਵ ਕਰ ਸਕਦਾ ਹੈ, ਇੱਕ ਪੈਰ ਹੁੰਦੇ ਵੀ ਸਿਰਫ 8 ਵਾਰੀ ਜਗ੍ਹਾ ਜਾ ਸਕਦਾ ਹੈ। ਅਸੀਂ ਤੇ ਇਨਸਾਨ ਆ, 4 ਡਾਇਮੈਂਸ਼ਨ 'ਚ ਰਹਿੰਦੇ ਹਾਂ, ਕੋਈ ਬੋਰਡ ਦੇ ਉੱਪਰ ਤੇ ਹੈ ਹੀ ਨਹੀਂ ਹੈ। ਸਾਡੇ ਲਈ ਤੇ ਰਾਹ ਹੀ ਰਾਹ ਖੁੱਲ੍ਹੇ ਨੇ, ਜਿਸ ਪਾਸੇ ਨਜ਼ਰ ਮਾਰੀਏ ਉੱਥੇ ਇੱਕ ਰਾਹ ਹੈ। ਇਨਫੈਕਟ ਤੁਸੀਂ ਦੇਖਿਆ ਹੋਏਗਾ ਚਰਚ ਦੇ ਉੱਤੇ ਸਾਡੀਆਂ ਰਿਲੀਜੀਅਸ ਸਪੌਟਸ ਤੇ 10 ਡਾਇਰੈਕਸ਼ਨਸ ਹੁੰਦੀਆਂ ਨੇ, ਨਾਰਥ ਸਾਊਥ ਈਸਟ ਵੈਸਟ ਨਾਰਥ ਈਸਟ। ਹਰ ਜਿਹੜੀ ਡਾਇਰੈਕਸ਼ਨ ਐਕਚੁਅਲੀ ਤੁਹਾਡਾ ਇੱਕ ਡਿਸੀਜਨ ਹੈ। ਓਕੇ, ਕਿ ਅਗਰ ਤੁਸੀਂ ਨਾਰਥ ਵਾਲੇ ਪਾਸੇ ਨਿਕਲ ਗਏ ਤਾਂ ਦੁਨੀਆ ਕੋਈ ਹੋਰ ਹੀ ਹੋਏਗੀ, ਉਸੇ ਪ੍ਰੋਬਲਮ ਨਾਲ ਦੁਨੀਆ ਹੋਰ ਹੋ ਜਾਏਗੀ। ਸਾਊਥ ਨਾਲ ਨਿਕਲ ਜਾਓਗੇ ਉਸ ਦਾ ਪ੍ਰੋਬਲਮ ਹੀ ਕੋਈ ਹੋਰ ਹੋ ਜਾਏ। ਜਿਸ ਪ੍ਰੋਬਲਮ ਦਾ ਅਸਤਿਤਵ ਇੱਕ ਜਗ੍ਹਾ 'ਚ ਕਮਿਊਨਿਟੀ 'ਚ ਹੋਏ, ਦੂਸਰੇ ਦਾ ਤਾਂ ਕੋਈ ਅਸਤਿਤਵ ਹੀ ਨਾ ਹੋਏ। ਤੁਸੀਂ ਕਈ ਵਾਰੀ ਦੇਖਿਆ ਹੋਏਗਾ ਲੋਕੀ ਕਹਿੰਦੇ ਨੇ ਉਹ ਯਾਰ ਮੈਨੂੰ ਇਹ ਪ੍ਰੋਬਲਮ ਹੋ ਗਈ, ਤੇ ਜਿਹੜਾ ਨਾਲ ਵਾਲਾ ਪ੍ਰੋਬਲਮ ਸੁਣਨ ਵਾਲਾ ਹੁੰਦਾ ਵਸਦਾ ਯਾਰ ਇਹ ਵੀ ਕੋਈ ਜ਼ਿੰਦਗੀ 'ਚ ਪ੍ਰੋਬਲਮ ਹੈ, ਸੋ ਮੇਰੇ ਹਾਲ ਵੇਖ। ਇਹ ਹੁੰਦੀਆਂ ਨੇ ਪ੍ਰੋਬਲਮਾਂ। ਸੋ ਇਸ ਕਰਕੇ ਸਾਡੀ ਸਾਰੀਆਂ ਪ੍ਰੋਬਲਮਾਂ ਦੀ ਜਿਹੜੀ ਜੜ ਹੈ ਉਹ ਹੈ ਸਾਡੀ ਅਨਅਵੇਅਰਨੈਸ, ਸਾਡੀ ਸਟੂਪਿਡਿਟੀ। ਜਿਸ ਲਈ ਸਾਨੂੰ ਉਹ ਅਸੀਂ ਉਨੇ ਵਿਦਵਾਨ ਹੋ ਜਾਈਏ ਜਾਂ ਉਨੀ ਵਿਜ਼ਡਮ ਆ ਜਾਈਏ ਕਿ ਹੱਲ ਕਿਸ ਤਰ੍ਹਾਂ ਕੱਢਣਾ, ਉਹਦਾ ਹੱਲ ਨਿਕਲ ਜਾਏਗਾ। ਸਟੀਮ ਇੰਜਨ ਨਿਕਲਿਆ, ਟੈਲੀਫੋਨ ਨਿਕਲਿਆ, ਟੈਲੀਸਕੋਪ ਨਿਕਲੀ ਹੈ, ਤੁਹਾਡਾ ਹੱਲ ਨਹੀਂ ਨਿਕਲੇਗਾ ਕਿ ਤੁਸੀਂ ਇਹ ਸਿਰਫ ਸੋਚ ਦੀ ਗੱਲ ਹੈ ਕਿ ਕਿਆ ਤੁਸੀਂ ਮਾਈਂਡਫੁਲ ਹੈ ਉਹ ਆਪਣੀ ਪ੍ਰੋਬਲਮ ਦੇ ਟੂਵਰਡ, ਜਾਂ ਤੁਸੀਂ ਕਿਸੇ ਹੋਰ ਦੇ ਵੱਲ ਦੇਖਿਓ ਰੱਬ ਜੀ ਮੇਰੀ ਪ੍ਰੋਬਲਮ ਠੀਕ ਕਰ ਦਿਓ। ਫਿਰ ਕਿਸ ਤਰ੍ਹਾਂ ਹੋਏਗੀ ਅਗਰ ਆਪਣਾ ਧਿਆਨ ਹੈ ਹੀ ਨਹੀਂ ਉਹਦੇ ਤੇ। ਦੂਸਰਾ ਹੈ ਕਿ ਤੁਹਾਡੀ ਪ੍ਰੋਬਲਮ ਹੈ, ਤੁਸੀਂ ਜ਼ਿਆਦਾ ਬਿਹਤਰ ਸਮਝਦੇ ਹੋ। ਦੂਸਰਾ ਇਮੋਸ਼ਨਲੀ ਇੰਟੈਲੀਜੈਂਟ। ਇਮੋਸ਼ਨਲੀ ਇੰਟੈਲੀਜੈਂਟ ਹੋ ਸਕਦਾ ਕਿਸੇ ਪ੍ਰੋਬਲਮ ਵਾਸਤੇ ਲੜਾਈ ਕਰਨ ਦੀ ਜ਼ਰੂਰਤ ਹੀ ਨਾ ਹੋਏ, 5-7 ਦਿਨ ਟਰਕਾਓ, ਹੋ ਸਕਦਾ ਪ੍ਰੋਬਲਮ ਨਿਕਲ ਹੀ ਜਾਏ। ਐਡਾ ਕੀ ਉਹ ਗੁਤਲਾ ਪਾਣਾ ਹੈ ਕਿ ਅੱਜ ਹੀ ਪ੍ਰੋਬਲਮ ਸੋਲਵ ਕਰਨੀ ਹੈ, ਕਿਉਂ ਨਹੀਂ ਹੈ। ਇਹ ਇਮੋਸ਼ਨਲ ਇੰਟੈਲੀਜੈਂਟ ਅਗਰ ਦੇਖਿਆ ਜਾਏ ਤੇ। ਅਗਰ ਤੁਸੀਂ ਨਹੀਂ ਅਗਰ ਲੱਗਦਾ, ਬਹਿ ਜਾਓ ਫਿਰ ਕੀਰਤਨ ਕਰਨ ਵਾਸਤੇ ਅੱਧਾ ਪੌਣਾ ਘੰਟਾ ਰੱਬ ਦੇ ਟੂਵਰਡਸ ਕਿ ਸਾਡੇ ਕੋਲੋਂ ਨਹੀਂ ਹੁੰਦੀ ਤੂੰ ਸਾਂਭ ਲਾ ਭਾਈ। ਠੀਕ ਹੈ। ਉਹ ਕੀਰਤ ਵਾਲਾ ਜਿਹੜਾ ਤੁਸੀਂ ਕਿਹਾ ਹੀ ਸਾਊਂਡ ਵਾਲਾ, ਉਹ ਬੇਸਿਕਲੀ ਇਹ 5 ਚੀਜ਼ਾਂ ਤੁਹਾਨੂੰ ਕੰਫਰਟੇਬਲ ਕਰਨਗੀਆਂ, ਜ਼ਿੰਦਗੀ 'ਚ ਸਟਰੋਂਗ ਕਰਨਗੀਆਂ, ਮੋਟੀਵੇਟ ਕਰਨਗੀਆਂ ਔਰ ਅਵੇਕਨ ਕਰਨਗੀਆਂ। ਅਵੇਕਨ ਦਾ ਮਤਲਬ ਇਹ ਹੈ ਕਿ ਜੋਤ ਜਗਾਉਣਗੀਆਂ ਤੁਹਾਡੇ 'ਚ ਉਸ ਵਿਦਿਆ ਦੀ, ਉਸ ਵਿਜ਼ਡਮ ਦੀ ਜਿਹੜੀ ਹੈ ਹੀ ਨਹੀਂ ਹਲੀ, ਲੇਕਿਨ ਉਹ ਆ ਗਈ ਤੇ ਤੁਸੀਂ ਵਿਦਵਾਨ ਹੋ ਗਏ। ਫਿਰ ਕੋਈ ਲਿਮਿਟ ਨਹੀਂ ਰਹੀ ਤੁਹਾਡੀ ਕਿਤੇ ਵੀ ਜਾਣ ਦੀ, ਪੁੱਜਣ ਦੀ, ਜਾਂ ਕੁਝ ਰਿਸੀਵ ਕਰਨ ਦੀ ਜਾਂ ਅਵੇਲ ਕਰਨ ਦੀ ਲਿਮਿਟ ਨਹੀਂ ਰਹੇਗੀ। ਤੁਸੀਂ ਲਿਮਿਟਲੈਸ ਹੋ ਜਾਓਗੇ। ਤੁਸੀਂ ਅੱਜ ਕੋ ਕਿ ਦੀਪਕ ਤੂੰ ਇਹ ਕਰ ਸਕਣਾ, ਮੈਂ ਅਗਰ ਮਾਈਂਡਫੁਲ ਹੋ ਜਾਵਾਂਗਾ, ਅਗਰ ਦੁਨੀਆ 'ਚ ਕਿਸੇ ਹੋਰ ਨੇ ਕੀਤੇ ਦਾ ਹੋਏਗਾ ਮੈਂ 100% ਕਰ ਸਕਦਾ। ਹੋ ਸਕਦਾ ਮੇਰਾ ਟਾਈਮ ਲੱਗ ਜਾਏ, 6 ਮਹੀਨੇ 8 ਮਹੀਨੇ 10 ਮਹੀਨੇ, ਪਰ ਜਿੰਦਰ ਜੀ ਆਪਣੀ ਜ਼ਿੰਦਗੀ 'ਚ ਸਿਰਫ 90 ਦਿਨ ਚਾਹੀਦੇ ਨੇ ਤੁਹਾਨੂੰ ਟਰਾਂਸਫਾਰਮ ਕਰਨ ਵਾਸਤੇ। ਤੁਸੀਂ ਮੋਟੇ ਤੋਂ ਪਤਲਾ ਹੋਣਾ ਹੋਏ, ਅਨਪੜ੍ਹ ਤੋਂ ਥੋੜ੍ਹਾ ਜਿਹਾ ਪੜ੍ਹਨਾ ਹੋਏ, 90 ਦਿਨ ਦੇ 'ਚ ਕੋਈ ਵੀ ਟਰਾਂਸਫਾਰਮੇਸ਼ਨ ਜ਼ਿੰਦਗੀ ਤੁਹਾਡੀ ਹੋ ਜਾਂਦੀ ਹੈ ਅਗਰ ਤੁਸੀਂ 8 ਘੰਟੇ ਨਿੱਤ ਨਾਲ ਸਵੇਰੇ ਉੱਠ ਕੇ 8 ਘੰਟੇ ਉਹਦੇ 'ਚ ਪਾਓ। ਤੁਸੀਂ ਯੂ ਵਿਲ ਬੀ ਪਰਫੈਕਟ, ਨਾਟ ਪਰਫੈਕਟ ਬਟ ਐਟਲੀਸਟ ਯੂ ਵਿਲ ਬੀ ਅਵੇਅਰ ਅਬਾਊਟ ਦੈਟ ਥਿੰਗ ਇਨ 3 months ਟਾਈਮ। ਕੀ ਬਾਤ ਹੈ। ਲਓ ਜੀ, ਹੁਣ ਲੋੜ ਸਿਰਫ ਇਸ ਗੱਲ ਦੀ ਹੈ ਕਿ ਤੁਸੀਂ ਆਪਣੀ ਸਮੱਸਿਆ ਨੂੰ ਪਛਾਣੋ, ਪਛਾਣਨ ਤੋਂ ਬਾਅਦ ਫੋਕਸ ਹੋ ਜਾਓ ਉਸ ਸਮੱਸਿਆ ਦੇ ਉੱਤੇ, ਥੋੜ੍ਹਾ ਜਿਹਾ ਵਰਕ ਕਰੋ ਉਸ ਸਮੱਸਿਆ 'ਤੇ ਕਿ ਸਮੱਸਿਆ ਹੈ ਕੀ। ਕਈ ਵਾਰੀ ਜਿਸ ਤਰ੍ਹਾਂ ਕਹਿੰਦੇ ਨਾ, ਜੇ ਕਬੂਤਰ ਅੱਖਾਂ ਬੰਦ ਕਰ ਲਵੇ ਸੋਚੇ ਕਿ ਸ਼ਾਇਦ ਸਮੱਸਿਆ ਚਲੀ ਜਾਏਗੀ, ਸਮੱਸਿਆ ਨੇ ਨਹੀਂ ਜਾਣਾ ਜਦ ਤੱਕ ਤੁਸੀਂ ਉਹਦੇ ਨਾਲ ਡੀਲ ਨਹੀਂ ਕਰੋਗੇ। ਸਮੱਸਿਆ ਨਾਲ ਡੀਲ ਕਰੋ, ਉਸ ਨੂੰ ਅੰਡਰਸਟੈਂਡ ਕਰੋ, ਠੰਡੇ ਦਿਮਾਗ ਦੇ ਨਾਲ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ। ਔਰ ਦੀਪਕ ਹੋਰਾਂ ਦਾ ਇਹ ਦਾਅਵਾ ਹੈ ਕਿ ਤੁਹਾਡਾ ਜਿਹੜਾ ਹੱਲ ਹੈ ਤੁਹਾਡੀ ਸਮੱਸਿਆ ਦਾ, ਉਹ ਤੁਹਾਡੇ ਕੋਲ ਹੀ ਹੈ। ਕਾਰਨ ਇਹ ਹੈ ਕਿ ਤੁਹਾਨੂੰ ਹੀ ਪਤਾ ਹੈ ਉਹ ਸਮੱਸਿਆ ਹੈ ਕੀ। ਕਿਸੇ ਬਾਬੇ ਦੇ ਚੱਕਰ 'ਚ ਪਾਓਗੇ, ਕਿਸੇ ਜਾਦੂ ਟੋਣੇ ਦੇ ਚੱਕਰ 'ਚ ਪਾਓਗੇ, ਕਿਸੇ ਗਲਤ ਰਾਹ ਚੱਲੋਗੇ ਤੇ ਤੁਸੀਂ ਹੋਰ ਉਲਝਦੇ ਜਾਓਗੇ। ਜਿੱਧਰ ਕਿਸੇ ਨੇ ਭਟਕਾਇਆ ਉਧਰ ਨੂੰ ਭਟਕਦੇ ਗਏ, ਸਮੱਸਿਆ ਉੱਥੇ ਦੇ ਉੱਥੇ ਰਹੀ, ਤੁਸੀਂ ਉਲਝ ਗਏ। ਤੋ ਇਸ ਕਰਕੇ ਪਲੀਜ਼ ਇਹਨਾਂ ਚੱਕਰਾਂ 'ਚ ਨਾ ਪਵੋ। ਇਹ ਸਾਰੀ ਮਾਈਂਡ ਦੀ ਖੇਡ ਹੈ। ਜਿਨ੍ਹਾਂ ਲੋਕਾਂ ਦਾ ਮਾਈਂਡ ਸਟਰੋਂਗ ਹੈ ਉਹ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਬੜੇ ਆਸਾਨੀ ਦੇ ਨਾਲ ਡੀਲ ਕਰ ਲੈਂਦੇ ਆ। ਜਿਹੜੇ ਬੜੇ ਵੱਡੇ ਸਰੀਰ ਤੁਸੀਂ ਦੇਖਦੇ ਹੋ, 6 ਪੈਕ ਸਰੀਰ, ਬੜੀ ਵਧੀਆ ਬਾਡੀ, ਪਰ ਜੇ ਉਸ ਬੰਦੇ ਦਾ ਮਾਈਂਡ ਕਮਜ਼ੋਰ ਹੈ ਉਹ ਬੰਦਾ ਬੇਸਿਕਲੀ ਕਮਜ਼ੋਰ ਹੈ। ਤੁਸੀਂ ਦੇਖਦੇ ਹੋ ਵੱਡੇ ਐਕਟਰ, ਹਾਲੀਵੁੱਡ ਦੇ ਐਕਟਰ ਜਿਨ੍ਹਾਂ ਦੇ ਕੋਲ ਮਿਲੀਅਨ ਡਾਲਰਾਂ ਦੀਆਂ ਸੰਪੱਤੀਆਂ, ਜਾਇਦਾਦ, ਪੈਸੇ ਦਾ ਕੋਈ ਅੰਤ ਨਹੀਂ, ਸ਼ੋਹਰਤ ਦਾ ਕੋਈ ਅੰਤ ਨਹੀਂ, ਅਖੀਰ ਨੂੰ ਆਤਮ ਹੱਤਿਆਵਾਂ ਕਰ ਜਾਂਦੇ ਆ। ਬਾਲੀਵੁੱਡ 'ਚ ਦੇਖੋ, ਤੁਸੀਂ ਜੀਵਨ ਦੇ ਬੜੇ ਸ਼ੋਬਿਆਂ 'ਚ ਦੇਖੋ, ਪੋਲੀਟਿਕਸ ਦੇਖੋ, ਬੜੇ ਲੋਕ ਮਿਲਣਗੇ ਜਿਹੜੇ ਲੋਕਾਂ ਨੂੰ ਮੱਤਾਂ ਦਿੰਦੇ ਆ, ਲੋਕਾਂ ਨੂੰ ਉਹ ਉਪਦੇਸ਼ ਦੇਣਗੇ, ਪਰ ਆਪਣੇ ਜੀਵਨ ਦੇ ਵਿੱਚ ਦੇਖੋ ਉਹਨਾਂ ਦਾ ਖਾਲੀਪਣ ਹੈ। ਆਪਣੇ ਜੀਵਨ ਦੇ ਵਿੱਚ ਉਹ ਇੰਨੇ ਕਮਜ਼ੋਰ ਹੈ ਮਾਨਸਿਕ ਤੌਰ ਦੇ ਉੱਤੇ
ਕਿ ਉਹ ਕੋਈ ਸ਼ਰਾਬ ਦਾ ਸਹਾਰਾ ਲੈ ਰਿਹਾ, ਕੋਈ ਡਰੱਗ ਦਾ ਸਹਾਰਾ ਲੈ ਰਿਹਾ। ਬੜੇ ਵੱਡੇ ਪੌਪ ਸਟਾਰ ਦੇਖੋ ਤੁਸੀਂ, ਪੌਪ ਸਿੰਗਰ ਦੇਖੋ, ਜਿੰਨਾ ਵੱਡਾ ਸਟਾਰ ਉਨੀ ਜ਼ਿਆਦਾ ਡਰੱਗ ਲੈ ਰਿਹਾ ਹੋਏਗਾ। ਹੁਣ ਬਾਲੀਵੁੱਡ ਦੇ ਵਿੱਚ ਵੀ ਅੱਜ ਕੱਲ੍ਹ ਬੜੀ ਇੱਕ ਚਰਚਾ ਚੱਲ ਰਹੀ ਹੈ ਕਿ ਬਾਲੀਵੁੱਡ 'ਤੇ ਪਤਾ ਲੱਗਾ ਜੀ ਕਿ ਲਗਭਗ ਹਰ ਇੱਕ ਐਕਟਰ, ਕੋਈ ਵਿਰਲਾ ਟਾਵਾਂ ਐਕਟਰ ਹੈ ਜਿਹੜਾ ਡਰੱਗ ਨਹੀਂ ਲੈ ਰਿਹਾ। ਮੋਸਟਲੀ ਉੱਥੇ ਐਕਟਰ ਜਿਹੜੇ ਹੈ ਉਹ ਡਰੱਗ ਲੈਂਦੇ ਹੈ। ਕਿਉਂ ਡਰੱਗ ਲੈਂਦੇ ਆ? ਇਸੇ ਕਰਕੇ ਹੀ ਕਿਉਂਕਿ ਉਹ ਸਾਰਾ ਦਿਨ ਸੋਚਦੇ ਆ। ਕਿਸੇ ਕਲਾਕਾਰ ਦੀ ਜਿਹੜੀ ਸੋਚਣ ਦੀ ਸ਼ਕਤੀ ਆ ਉਹ ਕਈ ਲੋਕਾਂ ਨਾਲੋਂ ਕਿਤੇ ਗੁਣਾ ਜ਼ਿਆਦਾ ਹੁੰਦੀ ਹੈ। ਪਰ ਜਿੰਨਾ ਜ਼ਿਆਦਾ ਲੋਕ ਸੋਚਦੇ ਆ, ਕਿਸੇ ਨੇ ਗਾਣਾ ਬਣਾਉਣਾ, ਧੁਨ ਬਣਾਉਣੀ ਹੈ, ਗਾਣਾ ਲਿਖਣਾ ਹੈ, ਫਿਲਮ ਦੀ ਸਕ੍ਰਿਪਟ ਲਿਖਣੀ ਹੈ, ਐਕਟਿੰਗ ਕਰਨੀ ਹੈ, ਕਿਸੇ ਦੇ ਪਾਤਰ 'ਚ ਜਾ ਕੇ ਘੁਸ ਜਾਣਾ ਹੈ ਕਿਸੇ ਕਰੈਕਟਰ ਦੇ ਵਿੱਚ, ਉਹਦੇ ਲਈ ਬਹੁਤ ਜ਼ਿਆਦਾ ਤੁਹਾਨੂੰ ਉਸ ਕਰੈਕਟਰ ਦੇ ਵਿੱਚ ਵੜਨ ਦੀ ਲੋੜ ਹੁੰਦੀ ਹੈ। ਤੁਸੀਂ ਆਪਣੇ ਆਪ ਤੋਂ ਬਹੁਤ ਦੂਰ ਚਲੇ ਜਾਂਦੇ ਹੋ, ਤੁਸੀਂ ਆਪਣੇ ਆਪ 'ਚ ਰਹਿ ਹੀ ਨਹੀਂ ਜਾਂਦੇ, ਤੁਸੀਂ ਕੁਝ ਹੋਰ ਬਣ ਜਾਂਦੇ ਹੋ। ਉੱਥੋਂ ਵਾਪਸ ਫਿਰ ਜਦੋਂ ਆਉਣਾ ਪੈਂਦਾ ਹੈ ਮੁੜ ਕੇ ਆਪਣੇ ਆਪ ਦੇ ਵਿੱਚ, ਤਾਂ ਕਈ ਲੋਕ ਇੰਨਾ ਕੁ ਇਹਦੇ 'ਚ ਇਨਬੈਲੈਂਸ ਹੋ ਜਾਂਦੇ ਆ ਕਿ ਉਹ ਅਲਟੀਮੇਟਲੀ ਫਿਰ ਗੁਆਚ ਜਾਂਦੇ ਆ ਕਿ ਅਸੀਂ ਹਾਂ ਕੌਣ। ਅਤੇ ਗੁਆਚਣ ਦੀ ਲੋੜ ਨਹੀਂ ਹੈ, ਆਪਣੇ ਹੀ ਕਰੈਕਟਰ 'ਚ ਰਹੋ, ਜੋ ਤੁਸੀਂ ਹੋ ਉਸ ਨੂੰ ਪਛਾਣ ਕੇ, ਆਪਣੇ ਮੂਲ ਮੰਤਰ ਨੂੰ ਪਛਾਣ ਕੇ ਉਹਦੇ 'ਚ ਰਹਿ ਕੇ ਅਗਰ ਤੁਸੀਂ ਕੰਮ ਕਰੋਗੇ, ਮੁਸ਼ਕਿਲ ਕੋਈ ਵੀ ਹੋਏਗੀ, ਸਭ ਲਈ ਹੈ ਕੋਈ ਨਾ ਕੋਈ ਮੁਸ਼ਕਿਲ, ਲੇਕਿਨ ਉਹਦਾ ਹੱਲ ਜ਼ਰੂਰ ਨਿਕਲੇਗਾ। ਤੋ ਸਾਨੂੰ ਅੱਛਾ ਲੱਗਾ ਤੁਸੀਂ ਆਏ ਦੀਪਕ ਜੀ। ਜਾਣ ਤੋਂ ਪਹਿਲਾਂ ਕੁਝ ਸੁਨੇਹਾ ਦੇਣਾ ਚਾਹੋ? ਜਿੰਦਰ ਜੀ, ਬਸ ਇੱਕ ਚੀਜ਼ ਕਹਾਂਗਾ ਕਿ ਇਹ ਸਾਡੀ ਜ਼ਿੰਦਗੀ ਜਿਹੜੀ ਹੈ ਟੈਸਟ ਹੈ, ਇਸ ਕਰਕੇ ਧਿਆਨ ਰੱਖੋ ਕਿ ਪਾਸ ਹੋ ਜਾਓ। ਸਾਰੇ ਫੇਲ ਹੁੰਦੇ ਨੇ ਕਿਉਂਕਿ ਮੁਸ਼ਕਿਲ ਬੜਾ ਹੈ, ਲੇਕਿਨ ਕੋਸ਼ਿਸ਼ ਕਰੋ ਕਿ ਇਸ ਵਾਰੀ ਨਿਕਲ ਜਾਓ, ਕਿਉਂਕਿ ਇਸ ਵੇਲੇ ਇਨਫੋਰਮੇਸ਼ਨ ਹੈ, ਇਹੋ ਜਿਹੀ ਇਨਫੋਰਮੇਸ਼ਨ ਕਦੀ ਨਹੀਂ ਹੁੰਦੀ ਹੈ। ਇੱਕ ਬਾਈਬਲ ਹੁੰਦੀ ਸੀ, ਇੱਕ ਗੁਰੂ ਗ੍ਰੰਥ ਸਾਹਿਬ ਹੁੰਦੀ ਸੀ, ਪੂਰੇ ਮਹੱਲੇ 'ਚ ਪੂਰੇ ਅੱਜ ਘਰ ਦੇ 'ਚ 20 ਕਾਪੀਆਂ ਪਈਆਂ ਨੇ ਉਹਦੀਆਂ। ਕਿਤੇ ਵੀ ਨਜ਼ਰ ਮਾਰ ਲਓ ਇਨਫੋਰਮੇਸ਼ਨ ਦੀ ਜਿਹੜੀ ਤੁਹਾਨੂੰ ਖੁਸ਼ ਕਰਦੀ ਹੈ, ਪਰ ਲਰਨ ਕਰੋ ਔਰ ਇਸ ਟੈਸਟ ਨੂੰ ਕਲੀਅਰ ਕਰੋ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਔਰ ਤੁਸੀਂ ਦੀਪਕ ਹੋਰਾਂ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ, ਜਿਸ ਤਰ੍ਹਾਂ ਮੈਂ ਬਾਰ-ਬਾਰ ਜ਼ਿਕਰ ਕਰ ਰਿਹਾ, ਇਹ ਬੜੀ ਮਿਹਨਤ ਕਰ ਰਹੇ ਨੇ ਔਰ ਐਵਰੀ ਵੀਕ ਜਦੋਂ ਸਾਡੇ ਕੋਲ ਕਿਤੇ ਇੱਥੇ ਆਉਂਦੇ ਆ, ਜਦੋਂ ਵੀ ਕਿਤੇ ਮੁਲਾਕਾਤ ਹੁੰਦੀ ਹੈ, ਨਵੀਂ ਤੋਂ ਨਵੀਂ ਸੋਚ ਲੈ ਕੇ ਆਏ ਹੁੰਦੇ ਆ, ਨਵਾਂ ਕੋਈ ਨਾ ਪ੍ਰੋਜੈਕਟ ਲੈ ਕੇ ਆਏ ਹੁੰਦੇ ਆ ਔਰ ਸਾਰੀ ਜਾਣਕਾਰੀ ਇਹ YouTube ਦੇ ਉੱਤੇ ਹੌਲੀ ਹੌਲੀ ਪਾ ਰਹੇ ਆ। ਤੋ ਇਸ ਕਰਕੇ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਸਰਚ ਕਰੋਗੇ ਅਤੇ ਇਹਨਾਂ ਕੋਲੋਂ ਕਾਫੀ ਜਾਣਕਾਰੀ ਆਲਰੇਡੀ ਜਿਹੜੀ ਇਹਨਾਂ ਨੇ ਪਾ ਰੱਖੀ ਹੈ। ਜੋ ਅੱਜ ਦੱਸਿਆ ਹੈ ਇਹ ਤਾਂ ਐਵੇਂ ਸਮੁੰਦਰ ਦੇ ਵਿੱਚੋਂ ਕਹਿੰਦੇ ਨੇ ਗੜਵੀ ਵਾਲੀ ਗੱਲ ਹੈ। ਬਹੁਤ ਭੰਡਾਰ ਇਹਨਾਂ ਦਾ YouTube ਦੇ ਉੱਤੇ ਹੈ, ਤੁਸੀਂ ਜ਼ਰੂਰ ਇਹਨੂੰ ਸਰਚ ਕਰੋ ਔਰ ਉਹ ਤੁਸੀਂ ਇਹਨੂੰ ਵਾਚ ਕਰੋ। ਅਸੀਂ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਵੀ ਦੇ ਰਹੇ ਹਾਂ, ਤੁਹਾਡਾ ਨੰਬਰ ਦੇ ਸਕਦੇ ਹਾਂ ਜੀ? ਪਲੀਜ਼ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਅਵੇਲੇਬਲ ਹੋਏਗਾ। ਤੁਸੀਂ ਕਦੀ ਵੀ ਇਹਨਾਂ ਨੂੰ ਕਾਲ ਕਰੋਗੇ, ਹੀ ਵਿਲ ਬੀ ਮੋਰ ਦੈਨ ਹੈਪੀ ਟੂ ਹੈਲਪ ਯੂ। ਤੋ ਇਹਨਾਂ ਨੂੰ ਅੱਛਾ ਲੱਗਦਾ ਹੈ ਜਦੋਂ ਕੋਈ ਇਹਨਾਂ ਨੂੰ ਕਾਲ ਕਰੇ, ਜਦੋਂ ਇਹਨਾਂ ਨੂੰ ਕੋਈ ਪੁੱਛੇ, ਕਿਸੇ ਦੀ ਕੋਈ ਹੈਲਪ ਕਰ ਸਕਣ, ਅਤੇ ਇਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਉਹਦੇ ਵਿੱਚ। ਸੋ ਝਕਣ ਦੀ ਲੋੜ ਨਹੀਂ, ਇਹ ਕੋਈ ਫੀਸ ਨਹੀਂ ਚਾਰਜ ਕਰਦੇ, ਕੋਈ ਇਹਨਾਂ ਦਾ ਪ੍ਰੋਫੈਸ਼ਨ ਨਹੀਂ ਹੈ ਇਸ ਤਰ੍ਹਾਂ ਦਾ ਕੋਈ, ਇਹ ਸਿਰਫ ਔਰ ਸਿਰਫ ਤੁਹਾਡੀ ਮਦਦ ਕਰਨਾ ਚਾਹੁੰਦੇ ਆ। ਤੁਸੀਂ ਉਸ ਵਾਸਤੇ ਇਹਨਾਂ ਨੂੰ ਕਦੀ ਵੀ ਕਾਲ ਕਰ ਸਕਦੇ ਹੋ। ਅਗਲੇ ਹਫਤੇ ਕਿਸੇ ਨਵੇਂ ਮਹਿਮਾਨ ਦੇ ਨਾਲ ਮੁੜ ਤੋਂ ਅਸੀਂ ਮਿਲਾਂਗੇ ਤੁਹਾਨੂੰ ਔਰ ਫਿਰ ਤੋਂ ਜਾਣਕਾਰੀ ਦੇਵਾਂਗੇ। ਔਰ ਇਹਦੇ ਨਾਲ ਤੁਹਾਨੂੰ ਯਾਦ ਕਰਵਾਉਂਦੇ ਜਾ ਰਹੇ ਹਾਂ ਕਿ ਹਰ ਰੋਜ਼ ਤੁਹਾਡੇ ਲਈ ਅਸੀਂ ਨਵੀਆਂ ਤੋਂ ਨਵੀਆਂ ਖਬਰਾਂ ਪ੍ਰਵਾਸੀ TV ਰਾਹੀਂ ਦੇ ਰਹੇ ਹਾਂ, ਟੌਪ ਆਫ ਦਾ ਆਵਰ ਦੇ ਵਿੱਚ, ਦਿਨ ਵੇਲੇ, ਵੀਕਡੇਜ਼ ਦੇ ਵਿੱਚ। ਔਰ ਵੀਕਐਂਡ 'ਤੇ ਬੜੇ ਨਵੇਂ ਅਸੀਂ ਸ਼ੋਜ਼ ਕਰ ਰਹੇ ਹਾਂ। ਉਹਨਾਂ ਦੇ ਵਿੱਚੋਂ ਸ਼ਨੀਵਾਰ ਰਾਤ ਨੂੰ 8 ਵਜੇ ਔਰ ਐਤਵਾਰ ਰਾਤ ਨੂੰ 8 ਵਜੇ ਤੁਹਾਡੇ ਲਈ ਇੱਕ ਸ਼ੋਅ ਸ਼ੁਰੂ ਕੀਤਾ ਅਸੀਂ, ਨਾਮ ਹੈ ਜਿਸ ਦਾ ਟੌਪ 8 ਐਟ 8। ਸ਼ਨੀਵਾਰ ਔਰ ਐਤਵਾਰ 7 ਵਜੇ ਦਾ ਇਨ ਹਾਊਸ ਗੈਸਟ ਔਰ ਸ਼ਨੀਵਾਰ ਔਰ ਰਾਤ ਨੂੰ 8 ਵਜੇ ਟੌਪ 8 ਐਟ 8। ਉਹਦੇ 'ਚ ਬਹੁਤ ਸਾਰੀਆਂ ਦਿਨ ਭਰ ਦੀਆਂ ਖਬਰਾਂ ਔਰ ਅਹਿਮ ਹਸਤੀਆਂ ਨਾਲ ਮੁਲਾਕਾਤਾਂ ਹੁੰਦੀਆਂ। ਤਾਂ ਉਸ ਪ੍ਰੋਗਰਾਮ ਨੂੰ ਤੁਸੀਂ ਦੇਖੋ। ਪ੍ਰਵਾਸੀ TV ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਸ਼੍ਰੀ ਨਨਕਾਣਾ ਸਾਹਿਬ ਤੋਂ, ਕਰਤਾਰਪੁਰ ਸਾਹਿਬ ਤੋਂ, ਪੰਜਾ ਸਾਹਿਬ ਤੋਂ ਇਸ ਵਾਰ ਦੇ ਗੁਰਪੁਰਬ ਦੀ ਅਸੀਂ ਸਾਰਾ ਪ੍ਰਸਾਰਣ ਲਾਈਵ ਕਰਾਂਗੇ। ਉਹ ਦਿਨ ਦਾ ਇੰਤਜ਼ਾਰ ਕਰੋ। ਔਰ ਇੱਕ ਵਾਰੀ ਫਿਰ ਤੋਂ ਦੀਪਕ ਜੀ ਬਹੁਤ ਬਹੁਤ ਸ਼ੁਕਰੀਆ।